ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਅੰਮ੍ਰਿਤਸਰ ਸਾਹਿਬ ਦੇ ਬੁੰਗੇ ਅਤੇ ਅਖਾੜੇ। ਅੰਮ੍ਰਿਤਸਰ ਸਾਹਿਬ ਵਿਖੇ ਬਣੇ ਹੋਏ ਬੁੰਗੇ ਔਰ ਅਖਾੜਿਆਂ ਦਾ ਕੀ ਇਤਿਹਾਸ ਹੈ, ਇਸ ਵਿਸ਼ੇ ਤੇ ਸਾਡੇ ਨਾਲ ਅੱਜ ਵਿਚਾਰ ਸਾਂਝੇ ਕਰ ਰਹੇ ਹਨ ਵੀਰ ਤੇਜਿੰਦਰ ਸਿੰਘ ਜੀ ਦਿੱਲੀ। ਮੈਂ ਉਹਨਾਂ ਨੂੰ ਬੇਨਤੀ ਕਰ ਰਹਾ ਹਾਂ ਕਿ ਅੱਜ ਦੇ ਇਹ ਵਿਚਾਰ ਆਪਣੇ ਆਰੰਭ ਕਰਨ। ਅੰਮ੍ਰਿਤਸਰ ਸਾਹਿਬ ਦੇ ਬੁੰਗੇ ਤੇ ਅਖਾੜਿਆਂ ਦਾ ਕੀ ਇਤਿਹਾਸ ਹੈ, ਵੀਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਜੋ ਸੰਗਤਾਂ ਜੁੜੀਆਂ ਹਨ, ਉਹਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਅੱਜ ਦਾ ਜੋ ਟੌਪਿਕ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੋ ਬੁੰਗੇ ਔਰ ਅਖਾੜੇ ਹਨ, ਉਹਨਾਂ ਦਾ ਕੀ ਇਤਿਹਾਸ ਹੈ। ਇਹਨਾਂ ਦਾ ਇਤਿਹਾਸ ਬੜਾ ਰੋਚਕ ਹੈ। ਮੈਂ ਬੇਨਤੀ ਕਰਾਂਗਾ ਕਿ ਜਿੱਥੇ ਜਿੱਥੇ ਵੀ ਲੋੜ ਪਵੇ ਉੱਥੇ ਤਸਵੀਰਾਂ ਜਿਹੜੀਆਂ ਹਨ ਉਹਨਾਂ ਦਰਬਾਰ ਸਾਹਿਬ ਦੀਆਂ ਜਾਂ ਬੁੰਗਿਆਂ ਦੀਆਂ ਵੀ ਨਾਲ ਦਿਖਾਉਣ ਦੀ ਜਿਹੜੀ ਹੈ ਉਹ ਕਿਰਪਾ ਕੀਤੀ ਜਾਏ। ਤਾਂ ਆਓ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਬੁੰਗਾ ਲਫ਼ਜ਼ ਕਿਸ ਭਾਸ਼ਾ ਤੋਂ ਆਇਆ ਹੈ ਔਰ ਇਸ ਦਾ ਅਰਥ ਕੀ ਹੈ। ਬੁੰਗਾ ਲਫ਼ਜ਼ ਫਾਰਸੀ ਜ਼ੁਬਾਨ ਤੋਂ ਆਇਆ ਹੈ। ਫਾਰਸੀ ਵਿੱਚ ਬੁੰਗੇ ਦਾ ਅਰਥ ਰਹਿਣ ਵਾਲੀ ਜਗ੍ਹਾ, ਜਿੱਥੇ ਕੁਝ ਲੋਕ ਵਿਸ਼ਰਾਮ ਕਰ ਸਕਣ ਜਾਂ ਥੋੜੇ ਸਮੇਂ ਲਈ ਰਹਿ ਸਕਣ। ਸਿੱਖ ਧਰਮ ਵਿੱਚ ਇਸ ਨੂੰ ਯਾਤਰੀ ਨਿਵਾਸ, ਸਰਾਂ ਜਾਂ ਗੈਸਟ ਹਾਊਸ ਵੀ ਕਿਹਾ ਜਾਂਦਾ ਰਿਹਾ ਹੈ। ਪੁਰਾਤਨ ਸਮੇਂ ਵਿੱਚ ਇਹ ਸਿੱਖ ਸਰਦਾਰਾਂ ਦੀ ਰਿਹਾਇਸ਼ ਦੀ ਜਗ੍ਹਾ ਵੀ ਹੋਇਆ ਕਰਦੀ ਸੀ। ਪੰਥ ਦੇ ਮਹਾਨ ਵਿਦਵਾਨ ਰਤਨ ਸਿੰਘ ਕੰਬੂ ਜੀ ਨੇ ਇਹ ਦੱਸਿਆ ਹੈ ਕਿ ਇਹ ਬੁੰਗੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੋਂਦ ਵਿੱਚ ਆਏ, ਜਿਸ ਵੇਲੇ ਸਰੋਵਰ ਦੀ ਖੁਦਾਈ ਅਤੇ ਹਰਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਲੇਕਿਨ ਬਾਕੀ ਦੇ ਇਤਿਹਾਸਕਾਰ ਮੰਨਦੇ ਹਨ ਕਿ ਜਦੋਂ ਅਫਗਾਨਿਸਤਾਨ ਤੋਂ ਹਮਲਾਵਰ ਚੜ੍ਹ ਕੇ ਆਉਣ ਲੱਗੇ ਤਾਂ ਪੰਜਾਬ ਵਿੱਚ ਉਹਨਾਂ ਨੂੰ ਸਿੱਖ ਸੂਰਮਿਆਂ ਨੇ ਜ਼ਬਰਦਸਤ ਟੱਕਰ ਦਿੱਤੀ। ਭਾਵੇਂ ਉਹਨਾਂ ਦਾ ਨਿਸ਼ਾਨਾ ਲਾਹੌਰ ਅਤੇ ਦਿੱਲੀ ਦੇ ਤਖਤ ਹੀ ਹੁੰਦੇ ਸਨ, ਪਰ ਸਿੱਖਾਂ ਵੱਲੋਂ ਕੀਤੇ ਗਏ ਮੁਕਾਬਲਿਆਂ ਨੇ ਉਹਨਾਂ ਦਾ ਧਿਆਨ ਸਿੱਖ ਕੌਮ ਵੱਲ ਮੋੜ ਦਿੱਤਾ। ਸਿੱਖ ਕੌਮ ਤੇ ਮੁਗਲਾਂ ਤੇ ਅਫਗਾਨੀਆਂ ਦੇ ਅਤਿਆਚਾਰ ਸ਼ੁਰੂ ਹੋ ਗਏ। ਜਿਉਂ-ਜਿਉਂ ਉਹ ਸਿੱਖਾਂ ਨੂੰ ਮਾਰਦੇ, ਸਿੱਖ ਦੂਨੇ ਚੌਗਣੇ ਹੋ ਕੇ ਸਾਹਮਣੇ ਆ ਜਾਂਦੇ। ਪਰੇਸ਼ਾਨ ਹੋ ਕੇ ਅਫਗਾਨੀਆਂ ਨੇ ਇਸ ਦਾ ਕਾਰਨ ਪਤਾ ਕਰਨਾ ਚਾਹਿਆ। ਕਿਸੇ ਨੇ ਦੱਸ ਪਾਈ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਸਿੱਖਾਂ ਦਾ ਇੱਕ ਧਾਰਮਿਕ ਤੀਰਥ ਅਸਥਾਨ ਹੈ, ਉਸਦੇ ਜਲ ਵਿੱਚ ਕੋਈ ਖਾਸ ਤਾਕਤ ਹੈ। ਇਹ ਉਸ ਵਿੱਚ ਇਸ਼ਨਾਨ ਕਰਦੇ ਹਨ ਤੇ ਫਿਰ ਤਾਕਤਵਰ ਹੋ ਜਾਂਦੇ ਹਨ। ਬਸ ਫਿਰ ਕੀ ਸੀ, ਮੁਗਲਾਂ ਤੇ ਅਫਗਾਨੀਆਂ ਦਾ ਧਿਆਨ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਬਰਬਾਦੀ ਵੱਲ ਹੋ ਗਿਆ। ਕਈ ਵਾਰ ਸਰੋਵਰ ਤੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਗਈ। ਈਸਵੀ 1762 ਦੇ ਹਮਲੇ ਵਿੱਚ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਹੱਦ ਹੀ ਕਰ ਦਿੱਤੀ। ਉਸਨੇ ਨਾ ਕੇਵਲ ਦਰਬਾਰ ਸਾਹਿਬ ਨੂੰ ਬਰੂਦ ਨਾਲ ਉਡਾ ਦਿੱਤਾ, ਬਲਕਿ ਪਵਿੱਤਰ ਸਰੋਵਰ ਨੂੰ ਕਚਰੇ, ਮਿੱਟੀ, ਗਊਆਂ ਦੇ ਮਾਸ ਅਤੇ ਹੱਡੀਆਂ ਨਾਲ ਭਰਵਾ ਦਿੱਤਾ। ਅਬਦਾਲੀ ਦੇ ਵਾਪਸ ਕਾਬੁਲ ਚਲੇ ਜਾਣ ਤੇ ਸਿੱਖਾਂ ਨੇ ਇਕੱਠੇ ਹੋ ਕੇ ਸਰੋਵਰ ਦੀ ਸਫਾਈ ਕੀਤੀ ਅਤੇ ਦੁਬਾਰਾ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਕਰ ਦਿੱਤੀ। ਇਸ ਕਾਰਜ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਅਹਿਮ ਭੂਮਿਕਾ ਰਹੀ। ਜਦੋਂ ਸਿੱਖਾਂ ਨੇ ਦਲ ਖਾਲਸਾ ਦੇ ਰੂਪ ਵਿੱਚ ਤਾਕਤ ਪਕੜੀ ਤਾਂ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਦੀ ਸੁਰੱਖਿਆ ਇੱਕ ਅਹਿਮ ਮਸਲਾ ਉਹਨਾਂ ਦੇ ਸਾਹਮਣੇ ਸੀ।
ਖਾਲਸਾ ਇਕੱਠਾ ਹੋਇਆ ਤੇ ਵਿਉਂਤ ਬਣੀ ਕਿ ਸ਼ਹਿਰ ਦੀਆਂ ਚਾਰੋਂ ਦਿਸ਼ਾਵਾਂ ਵਿੱਚ ਕਿਲੇ ਉਸਾਰੇ ਜਾਣ ਅਤੇ ਸਰਦੇ ਪੁੱਜਦੇ ਸਿੱਖ ਸਰਦਾਰ ਸਰੋਵਰ ਦੇ ਚਾਰ ਚੁਫੇਰੇ ਬੁੰਗੇ ਬਣਵਾਉਣ। ਇਹ ਬੁੰਗੇ ਇੱਕ ਤਾਂ ਆਏ ਗਏ ਯਾਤਰੂ ਲਈ ਰਿਹਾਇਸ਼ ਦੇ ਕੰਮ ਆਉਣਗੇ, ਨਾਲ ਹੀ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਲਈ ਸੁਰੱਖਿਆ ਘੇਰਾ ਬਣਾਉਣਗੇ। ਇਹਨਾਂ ਬੁੰਗਿਆਂ ਵਿੱਚ ਬੁੰਗਈ ਮੈਨੇਜਰ ਦੇ ਨਾਲ ਨਾਲ ਕੁਝ ਸਿਪਾਹੀ ਵੀ ਰਹਿ ਸਕਦੇ ਸਨ। ਇਸ ਤਰ੍ਹਾਂ ਸੁਰੱਖਿਆ ਦੇ ਮਕਸਦ ਨਾਲ ਇਹ ਬੁੰਗੇ ਹੋਂਦ ਵਿੱਚ ਆਉਣੇ ਸ਼ੁਰੂ ਹੋਏ। ਸਭ ਤੋਂ ਪਹਿਲਾਂ ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਕਨਈਆ ਅਤੇ ਸਰਦਾਰ ਭੰਗੀ ਮਿਸਲ ਵਾਲਿਆਂ ਨੇ ਅੱਗੇ ਵੱਧ ਕੇ ਸ਼ੁਰੂਆਤ ਕੀਤੀ। ਜ਼ਿਆਦਾਤਰ ਬੁੰਗੇ 18ਵੀਂ ਸਦੀ ਵਿੱਚ ਬਣਾਏ ਗਏ। ਪੰਥ ਇੱਕ ਹੋਰ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਮੁਤਾਬਕ ਸਭ ਤੋਂ ਪਹਿਲਾ ਬੁੰਗਾ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਪੱਛਮੀ ਬਾਹੀ ਤੇ ਵੈਸਟਰਨ ਸਾਈਡ ਤੇ ਦਰਸ਼ਨੀ ਡਿਓੜੀ ਦੇ ਸਾਹਮਣੇ ਬਿਕਰਮੀ ਸੰਮਤ 1663 1606 ਈਸਵੀ ਵਿੱਚ ਅਕਾਲ ਬੁੰਗਾ ਬਣਿਆ। ਇਸ ਦੀ ਨੀਂਹ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਰੱਖੀ ਅਤੇ ਇੱਕ ਥੜਾ ਤਿਆਰ ਕਰਵਾਇਆ, ਜਿਸ ਜਗ੍ਹਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਬੇਰੀ ਹੇਠ ਬੈਠ ਕੇ ਸਰੋਵਰ ਦੇ ਕੰਮ ਨੂੰ ਦੇਖਦੇ ਸਨ। ਬਾਅਦ ਵਿੱਚ ਇਹ ਇਮਾਰਤ ਹੌਲੀ ਹੌਲੀ ਤਿਆਰ ਹੋਈ। ਅੱਜ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ ਹਨ। ਇਹ 3 ਮੰਜ਼ਲਾ ਬੁੰਗਾ ਉਸ ਵੇਲੇ 2,73,000 ਰੁਪਏ ਦੀ ਲਾਗਤ ਨਾਲ ਤਿਆਰ ਹੋਇਆ। ਇਸ ਤੋਂ ਬਾਅਦ ਗਿਆਨੀ ਜੀ ਅਨੁਸਾਰ ਸਰੋਵਰ ਦੀ ਚਾਰੇ ਬਾਹੀਆਂ ਦੇ ਕੁੱਲ 69 ਬੁੰਗੇ ਬਣੇ, ਜਿਸ ਦੀ ਗਿਣਤੀ ਦਾ ਵੇਰਵਾ ਇਸ ਤਰ੍ਹਾਂ ਦਿੰਦੇ ਹਨ। ਪੱਛਮੀ ਬਾਹੀ ਵੈਸਟਰਨ ਸਾਈਡ ਤੇ 28 ਬੁੰਗੇ, ਉੱਤਰੀ ਬਾਹੀ ਨਾਰਥਰਨ ਸਾਈਡ ਤੇ 9 ਬੁੰਗੇ, ਈਸਟਰਨ ਸਾਈਡ ਤੇ ਪੂਰਬੀ ਬਾਹੀ ਦੇ 10 ਬੁੰਗੇ ਅਤੇ ਦੱਖਣੀ ਬਾਹੀ ਤੇ 22 ਬੁੰਗੇ, ਇਸ ਤਰ੍ਹਾਂ ਕੁੱਲ 69 ਬੁੰਗੇ ਬਣੇ। ਇਹ ਸਦਰਨ ਸਾਈਡ ਵੱਲ 22 ਬੁੰਗੇ। ਗਿਆਨੀ ਜੀ ਇਹ ਵੀ ਦੱਸਦੇ ਹਨ ਕਿ ਉਸ ਵੇਲੇ ਜਿਨ੍ਹਾਂ ਨੂੰ ਮਜਬੀ ਸਿੰਘ ਕਿਹਾ ਜਾਂਦਾ ਸੀ, ਉਹਨਾਂ ਨੇ ਇੱਕ ਮੰਜ਼ਲਾ ਮਕਾਨ 5000 ਰੁਪਏ ਦੀ ਲਾਗਤ ਨਾਲ 1577 ਈਸਵੀ ਨੂੰ ਪੂਰਬੀ ਬਾਹੀ ਤੇ ਈਸਟਰਨ ਸਾਈਡ ਤੇ ਬਣਾਇਆ। ਲੇਕਿਨ ਕਰਮ ਸਿੰਘ ਜੀ ਹਿਸਟੋਰੀਅਨ ਲਿਖਦੇ ਹਨ ਕਿ ਇਹ ਬੁੰਗਾ 2 ਮੰਜ਼ਲਾ ਸੀ ਅਤੇ 1782 ਈਸਵੀ ਨੂੰ ਬਣ ਕੇ ਤਿਆਰ ਹੋਇਆ ਸੀ। ਸ਼ਾਇਦ ਗਿਆਨੀ ਜੀ ਦੀ ਜਾਂ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਦੀ ਲਿਖਤ ਵਿੱਚ ਕੋਈ ਤਾਰੀਖ ਦੀ ਗਲਤੀ ਹੋ ਸਕਦੀ ਹੈ। ਕਰਮ ਸਿੰਘ ਜੀ ਹਿਸਟੋਰੀਅਨ ਮੁਤਾਬਕ ਬੁੰਗਿਆਂ ਦੀ ਕੁੱਲ ਗਿਣਤੀ 74 ਸੀ। ਪੱਛਮੀ ਬਾਹੀ ਤੇ 28 ਬੁੰਗੇ, ਉੱਤਰੀ ਬਾਹੀ ਤੇ 14, ਪੂਰਬੀ ਬਾਹੀ 10 ਬੁੰਗੇ, ਦੱਖਣੀ ਬਾਹੀ 22 ਬੁੰਗੇ, ਇਸ ਤਰ੍ਹਾਂ ਕੁੱਲ ਗਿਣਤੀ 74 ਹੋਈ। ਇੱਕ ਹੋਰ ਸਕਾਲਰ ਡਾਕਟਰ ਮਦਨਜੀਤ ਕੌਰ ਜੀ ਲਿਖਦੇ ਹਨ ਕਿ ਪੁਰਾਤਨ ਇਤਿਹਾਸਕ ਹਵਾਲਿਆਂ ਮੁਤਾਬਕ ਬੁੰਗਿਆਂ ਦੀ ਸੰਖਿਆ ਕੁੱਲ 84 ਸੀ, ਲੇਕਿਨ ਪ੍ਰਾਪਤ ਜਾਣਕਾਰੀ ਸਿਰਫ 74 ਦਾ ਹੀ ਵੇਰਵਾ ਦੱਸਦੀ ਹੈ। 74 ਬੁੰਗਿਆਂ ਦਾ ਵੇਰਵਾ ਇਸ ਵਕਤ ਸਾਡੇ ਕੋਲ ਮੌਜੂਦ ਨਹੀਂ ਹੈ। ਇੱਕ ਹੋਰ ਹਿਸਟੋਰੀਅਨ ਬੈਰਨ ਚਾਰਲਸ ਹੋਗਲ 1844 ਵਿੱਚ ਆਪਣੀ ਪੰਜਾਬ ਅੰਮ੍ਰਿਤਸਰ ਦੀ ਯਾਤਰਾ ਦੌਰਾਨ ਲਿਖਦੇ ਹਨ ਕਿ ਸਾਰਾ ਸਰੋਵਰ ਆਲੇ ਦੁਆਲੇ ਬਹੁਤ ਖਾਸ ਤੇ ਸੁੰਦਰ ਮਕਾਨਾਂ ਨਾਲ ਘਿਰਿਆ ਹੋਇਆ ਸੀ। ਹਰ ਮਕਾਨ ਦੀਆਂ ਖਿੜਕੀਆਂ ਸਰੋਵਰ ਵੱਲ ਖੁੱਲਦੀਆਂ ਸਨ ਅਤੇ ਉਹਨਾਂ ਵਿੱਚੋਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਦੇ ਸਨ। ਤਕਰੀਬਨ ਸਭ ਮਕਾਨਾਂ ਬੁੰਗਿਆਂ ਵਿੱਚ ਪੌੜੀਆਂ ਪਰਿਕਰਮਾ ਵਿੱਚ ਉਤਰਦੀਆਂ ਸਨ। ਦਰਬਾਰ ਸਾਹਿਬ ਆਉਣ ਵਾਲੇ ਸਾਰੇ ਰਸਤਿਆਂ ਤੇ ਗੇਟ ਲੱਗੇ ਹੋਏ ਸਨ। ਇਹ ਇੱਕ ਬੜੀ ਨਵੀਂ ਇਨਫੋਰਮੇਸ਼ਨ ਹੈ ਜਿਹੜੀ ਸਾਨੂੰ ਬੈਰਨ ਚਾਰਲਸ ਹਿਊਗਲ ਨੇ ਸਾਨੂੰ ਜਿਹੜੀ ਹੈ ਦਿੱਤੀ। ਇੱਕ ਹੋਰ ਟੈਰੀਟਰੀ ਗੈਜ਼ਟ ਆਫ ਈਸਟ ਇੰਡੀਆ ਜਿਹੜੀ 1854 ਵਿੱਚ ਛਪੀ, ਵਿੱਚ ਇਸ ਤਰ੍ਹਾਂ ਦਰਜ ਹੈ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਤੰਗ ਅਤੇ ਮਕਾਨ ਪੱਕੀਆਂ ਇੱਟਾਂ ਦੇ ਬਣੇ ਹਨ। ਸ਼ਹਿਰ ਦੇ ਬਾਹਰ 4 ਦੀਵਾਰੀ ਬਣੀ ਹੋਈ ਹੈ। ਇਸ ਦਾ ਖਾਸ ਆਕਰਸ਼ਣ ਹਰਿਮੰਦਰ ਸਾਹਿਬ ਅਤੇ ਉਸ ਦਾ ਸਰੋਵਰ ਹੈ। ਸਰੋਵਰ ਦਾ ਜਲ ਬਹੁਤ ਹੀ ਸਾਫ਼ ਅਤੇ ਕਲੀਅਰ ਹੈ। ਸਰੋਵਰ ਦੇ ਕਿਨਾਰਿਆਂ ਉੱਤੇ ਆਲੇ ਦੁਆਲੇ ਅਕਾਲੀ ਸਿੱਖਾਂ ਅਤੇ ਪੁਜਾਰੀਆਂ ਨੇ ਆਪਣੇ ਮਕਾਨ ਬਣਾਏ ਹੋਏ ਹਨ, ਜਿਨ੍ਹਾਂ ਨੂੰ ਬੁੰਗਾ ਕਹਿੰਦੇ ਹਨ। ਗਿਆਨੀ ਗਿਆਨੀਜੀਤ ਸਿੰਘ ਜੀ ਅਨੁਸਾਰ
कन्हैया सरदारा का बुंगा 3 मंजिला बिक्रमी संमत 1809 1752 ईस्वी ਨੂੰ ਸਰੋਵਰ ਦੀ ਵੈਸਟਰਨ ਸਾਈਡ ਤੇ ਬਣਿਆ। ਇਸ ਤੋਂ ਬਾਅਦ 2 ਬੁੰਗੇ ਹੋਰ ਬਣੇ। ਇਹ ਦੋਨੋਂ ਬੁੰਗੇ ਈਸਟਰਨ ਸਾਈਡ ਤੇ ਪੂਰਬੀ ਵਾਹੀ ਤੇ 1755 ਈਸਵੀ ਨੂੰ ਬਣੇ। ਇੱਕ 6 ਮੰਜ਼ਿਲਾ ਬੁੰਗਾ ਅਖਾੜਾ ਸੰਤੋਖ ਦਾਸ ਦਾ ਰੁਪਏ 31,500 ਰੁਪਏ ਦੀ ਲਾਗਤ ਨਾਲ ਅਤੇ ਦੂਸਰਾ ਸਭ ਤੋਂ ਵਿਲੱਖਣ ਬੁੰਗਾ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਜੋ 4 ਮੰਜ਼ਿਲਾ ਸੀ 2,75,000 ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਉਸ ਸਮੇਂ। ਗਿਆਨੀ ਜੀ ਇਸ ਨੂੰ 2 ਮੰਜ਼ਿਲਾ ਲਿਖਦੇ ਹਨ, ਪਰੰਤੂ ਇਹ ਨਹੀਂ ਦੱਸਦੇ ਕਿ ਉੱਪਰ ਦੀਆਂ ਮੰਜ਼ਿਲਾਂ ਜਾਂ ਬੇਸਮੈਂਟਾਂ ਕਿਸ ਤਰ੍ਹਾਂ ਦੀਆਂ ਹਨ। ਇਸ ਬੁੰਗੇ ਦੀ 1 ਮੰਜ਼ਿਲ ਜ਼ਮੀਨ ਦੇ ਉੱਪਰ ਅਤੇ 3 ਮੰਜ਼ਿਲਾਂ ਜ਼ਮੀਨ ਦੇ ਅੰਦਰ ਹਨ। ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਮੰਨਦੇ ਹਨ ਕਿ ਇਹ ਬੁੰਗਾ ਸਾਰਿਆਂ ਬੁੰਗਿਆਂ ਚੋਂ ਵੱਡਾ ਹੈ ਅਤੇ ਇਸ ਦੇ ਨਾਲ 2 ਮੀਨਾਰ ਵੀ ਹਨ। ਰਾਮਗੜੀਆ ਬੁੰਗੇ ਬਾਰੇ ਤੇ ਇਸ ਦੀ ਵਸਤੂ ਕਲਾ ਬਾਰੇ ਵਿਸਤਾਰਪੂਰਵਕ ਜਿਹੜਾ ਹੈ ਉਹ ਅਲੱਗ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ। ਇਹ ਦੱਸਣਾ ਜ਼ਰੂਰੀ ਹੈ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੂਰ ਅੰਦੇਸ਼ੀ ਸਨ ਕਿ ਰਾਖੀ ਲਈ ਦੁਸ਼ਮਣ ਤੇ ਨਜ਼ਰ ਰੱਖਣੀ ਜ਼ਰੂਰੀ ਹੈ ਅਤੇ ਤਦ ਹੀ ਹੋ ਸਕਦਾ ਹੈ ਜੇ ਦੁਸ਼ਮਣ ਨੂੰ ਦੂਰੋਂ ਹੀ ਤਾੜ ਲਿਆ ਜਾਵੇ। ਇਸ ਲਈ ਮੀਨਾਰ ਵਾਚ ਟਾਵਰ ਬਣਾਏ ਗਏ। ਜਿਹੜੇ ਸਾਨੂੰ ਰਾਮਗੜੀਆ ਬੁੰਗਾ ਨਜ਼ਰ ਆਉਂਦਾ ਹੈ ਉਹ 1 ਮੰਜ਼ਿਲ ਉੱਪਰ ਹੈ ਤੇ ਬਾਕੀ ਮੰਜ਼ਿਲਾਂ 3 ਥੱਲੇ ਹਨ, ਲੇਕਿਨ ਜੋ ਉੱਪਰ ਸਾਨੂੰ ਨਜ਼ਰ ਆਉਂਦਾ ਹੈ ਉਹ ਵਾਚ ਟਾਵਰ ਹੈ। ਇਸ ਮੀਨਾਰ ਦੇ ਉੱਪਰ ਇੱਕ ਨਗਾਰਚੀ ਨਗਾਰਾ ਲੈ ਕੇ ਹਰ ਵਕਤ ਮੌਜੂਦ ਰਹਿੰਦਾ ਸੀ। ਜਦੋਂ ਵੀ ਕਦੇ ਦੁਸ਼ਮਣ ਦੀ ਆਹਟ ਹੁੰਦੀ ਉਹ ਨਗਾਰਾ ਵਜਾਉਂਦਾ ਤੇ ਖਾਲਸਾ ਸੁਚੇਤ ਹੋ ਜਾਂਦਾ। ਕੁਝ ਸੱਜਣ ਇਹਨਾਂ ਮੀਨਾਰਾਂ ਨੂੰ ਹੀ ਬੁੰਗੇ ਸਮਝਦੇ ਹਨ। ਇਹ ਇੱਕ ਪੁਲ ਹੈ। ਮੀਨਾਰ ਤਾਂ ਬਹੁਤ ਉਚਾਈ ਤੋਂ ਆਲੇ ਦੁਆਲੇ ਦੇ ਇਲਾਕੇ ਤੇ ਨਜ਼ਰ ਰੱਖਣ ਲਈ ਬਣਾਏ ਜਾਂਦੇ ਹਨ। ਦਰਬਾਰ ਸਾਹਿਬ ਸ੍ਰੀ ਤਰਨਤਾਰਨ ਵਿਖੇ ਵੀ ਸਰਦਾਰ ਜੱਸਾ ਸਿੰਘ ਰਾਮਗੜੀਆ ਦੁਆਰਾ ਬਣਾਇਆ ਗਿਆ ਮੀਨਾਰ ਵੀ ਇਸੇ ਮੰਤਵ ਲਈ ਹੀ ਸੀ। ਰਿਹਾਇਸ਼ ਵਾਲਾ ਸਥਾਨ ਜਾਣੀ ਬੁੰਗਾ ਬਾਅਦ ਵਿੱਚ ਬਣਿਆ। ਬਾਕੀ ਦੇ ਸਾਰੇ ਬੁੰਗੇ 1755 ਈਸਵੀ ਤੋਂ ਬਾਅਦ ਹੀ ਹੋਂਦ ਵਿੱਚ ਆਏ। ਇਹ ਬੁੰਗੇ ਦਰਸ਼ਨ ਕਰਨ ਆਏ ਯਾਤਰੀਆਂ ਲਈ ਨਿਵਾਸ ਦਾ ਤੇ ਕੰਮ ਦਿੰਦੇ ਸਨ। ਦਰਬਾਰ ਸਾਹਿਬ ਦੀ ਰੱਖਿਆ ਦੇ ਵੀ ਕੰਮ ਆਉਂਦੇ ਸਨ। ਇਸ ਦੇ ਨਾਲ ਨਾਲ ਹੋਰ ਵੀ ਬਹੁਤ ਮਹੱਤਵਪੂਰਨ ਹਿੱਸਾ ਪਾਇਆ। ਜਿਸ ਤਰ੍ਹਾਂ ਅਕਾਲ ਬੁੰਗਾ ਸਿੱਖ ਜਗਤ ਵਿੱਚ ਆਪਣੀ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ ਤੇ ਸਿੱਖ ਪੰਥ ਦਾ ਸਰਵੋਤਮ ਸਥਾਨ ਹੈ। ਇਸ ਸਥਾਨ ਤੋਂ ਪੂਰੇ ਸਿੱਖ ਪੰਥ ਦੇ ਧਾਰਮਿਕ ਅਤੇ ਰਾਜਸੀ ਫੈਸਲੇ ਲਏ ਜਾਂਦੇ ਹਨ। ਮਿਸਰਾਂ ਦਾ ਸਾਰਾ ਕੰਮਕਾਜ, ਆਪਸੀ ਲੈਣ ਦੇਣ ਦਾ ਨਿਪਟਾਰਾ, ਬੰਦੋਬਸਤ ਅਤੇ ਹੋਰ ਵਿਹਾਰ ਦਾ ਸਾਰਾ ਪ੍ਰਬੰਧ ਇਸੇ ਅਕਾਲ ਬੁੰਗੇ ਦੀ ਨਿਗਰਾਨੀ ਹੇਠ ਹੁੰਦਾ ਹੈ। ਸਾਰੇ ਬੁੰਗਿਆਂ ਨੂੰ ਅਸੀਂ ਕਈ ਤਰ੍ਹਾਂ ਦੇ ਨਾਵਾਂ ਵਿੱਚ ਵੰਡ ਸਕਦੇ ਹਾਂ। ਡਾਕਟਰ ਮਦਨਜੀਤ ਕੌਰ ਜੀ ਦੇ ਅਨੁਸਾਰ ਮਿਸਲਾਂ ਦੇ ਬੁੰਗੇ ਜੋ ਅਲੱਗ-ਅਲੱਗ ਮਿਸਲਾਂ ਵੱਲੋਂ ਬਣਾਏ ਗਏ, ਇੱਕ ਤੇ ਉਹ ਬੁੰਗੇ ਹਨ ਜਿਹੜੇ ਮਿਸਲਾਂ ਨੇ ਅਲੱਗ-ਅਲੱਗ ਮਿਸਲਾਂ ਵੱਲੋਂ ਬਣਾਏ ਗਏ। ਦੂਸਰੇ ਹਨ ਜਾਤੀ ਬੁੰਗਲੇ, ਪਰਸਨਲ ਬੁੰਗੇ ਜੋ ਵੱਖ-ਵੱਖ ਸਰਦਾਰਾਂ ਵੱਲੋਂ ਆਪਣੀ ਜਾਤੀ ਰਿਹਾਇਸ਼ ਵਾਸਤੇ ਤਿਆਰ ਹੋਏ। ਤੀਸਰੇ ਤਰੀਕੇ ਦੇ ਬੁੰਗੇ ਹਨ ਪੰਥਕ ਬੁੰਗੇ ਜੋ ਕਈ ਪੰਥਕ ਜਥੇਬੰਦੀਆਂ ਵੱਲੋਂ ਬਣੇ। ਚੌਥੇ ਤਰੀਕੇ ਦੇ ਬੁੰਗੇ ਧਾਰਮਿਕ ਸੰਪਰਦਾਵਾਂ ਦੇ ਬੁੰਗੇ ਜੋ ਕਈ ਧਾਰਮਿਕ ਸੰਸਥਾਵਾਂ ਵੱਲੋਂ ਬਣਾਏ ਗਏ, ਜਿਵੇਂ ਕਿ ਉਦਾਸੀ, ਨਿਰਮਲੇ ਅਤੇ ਸੇਵਾ ਪੰਥੀ ਆਦਿ। ਪੰਜਵੇਂ ਤਰੀਕੇ ਦੇ ਵੱਖ-ਵੱਖ ਸੇਵਾਵਾਂ ਕਰਨ ਵਾਲਿਆਂ ਦੇ ਨਾਮ ਤੇ ਬੁੰਗੇ, ਜਿਵੇਂ ਕਿ ਬੁੰਗਾ ਕੜਿਆਲੀਆਂ, ਬੁੰਗਾ ਚਿਰਾਗੀਆਂ ਆਦਿ। ਹੁਣ ਗੱਲ ਕਰਦੇ ਹਾਂ ਕਿ ਬੁੰਗਿਆਂ ਦਾ ਹੋਰ ਕਿਸ ਤਰ੍ਹਾਂ ਦਾ ਯੋਗਦਾਨ ਰਿਹਾ ਸਿੱਖ ਜਗਤ ਦੀ ਸੇਵਾ ਕਰਨ ਵਿੱਚ। ਇਹਨਾਂ ਹੀ ਬੁੰਗਿਆਂ ਵਿੱਚ ਬਹੁਤ ਸਾਰੇ ਸੰਗੀਤਕਾਰ, ਇਤਿਹਾਸਕਾਰ, ਕਵੀ, ਟ੍ਰਾਂਸਲੇਟਰਸ, ਤਰਜਮਾਕਾਰ, ਰਾਗੀ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਪੈਦਾ ਹੋਏ। ਇਹ ਜੋ ਇਨਫੋਰਮੇਸ਼ਨ ਹੈ ਇਹ ਮੈਂ ਫਸਟ ਟਾਈਮ ਜਿਹੜੀ ਹੈ ਉਹ ਪੜ੍ਹੀ ਹੈ ਕਿ ਇਹਨਾਂ ਬੁੰਗਿਆਂ ਦੇ ਵਿੱਚ ਸੰਗੀਤਕਾਰ, ਇਤਿਹਾਸਕਾਰ, ਕਵੀ ਤੇ ਤਰਜਮਾਕਾਰ, ਰਾਗੀ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵੀ ਪੈਦਾ ਹੋਏ ਹਨ। ਅਗਲਾ ਬੁੰਗਾ ਹੈ ਬੁੰਗਾ ਆਹਲੂਵਾਲੀਆ। ਇਸ ਬੁੰਗੇ ਵਿੱਚ ਕੀਰਤਨ ਬਹੁਤ ਸੋਹਣਾ ਹੁੰਦਾ ਸੀ ਕਿਉਂਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਮਾਤਾ ਜੀ ਕੀਰਤਨ ਦੇ ਬਹੁਤ ਮਾਹਰ ਸਨ।
ਸ਼ਾਇਦ ਸਰ ਜੱਸਾ ਸਿੰਘ ਜੀ ਨੂੰ ਵੀ ਕੀਰਤਨ ਦੀ ਲਗਨ ਪੂਜਨੀਕ ਮਾਤਾ ਜੀ ਪਾਸੋਂ ਹੀ ਲੱਗੀ ਸੀ। ਅਗਲਾ ਬੁੰਗਾ ਹੈ ਸੰਤ ਨਿਹਾਲ ਸਿੰਘ ਜੀ ਦਾ। ਇਹ ਬੁੰਗਾ ਸੋਲਣ ਵਾਲਾ ਨਾਲ ਸੀ ਅਤੇ ਉਹ ਬਹੁਤ ਹੀ ਉੱਘੇ ਕਵੀਸ਼ਰ ਹੋਏ ਹਨ, ਜਿਨ੍ਹਾਂ ਨੇ ਕਵਿੰਦਰਾ ਪ੍ਰਕਾਸ਼ ਗ੍ਰੰਥ ਦੀ ਰਚਨਾ ਵੀ ਕੀਤੀ। ਭਾਈ ਸੰਤ ਸਿੰਘ ਜੀ ਦਾ ਜੋ ਬੁੰਗਾ ਗਿਆਨੀਆਂ ਵਿੱਚ ਰਹਿੰਦੇ ਸਨ, ਬਹੁਤ ਵੱਡੇ ਖੋਜੀ ਸਨ, ਜਿਨ੍ਹਾਂ ਨੇ ਅੰਮ੍ਰਿਤ ਦੇ ਉੱਪਰ ਪੋਥੀ ਵੀ ਲਿਖੀ ਹੈ। ਸਰਦਾਰ ਗੁਰਮੁਖ ਸਿੰਘ ਗ੍ਰੰਥੀ ਅਕਾਲ ਬੁੰਗਾ ਜੋ ਬਹੁਤ ਚੰਗੇ ਕਵੀ ਸਨ, ਉਹਨਾਂ ਨੇ ਪਾਤਸ਼ਾਹੀ ਛੇਵੀਂ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਰਚਨਾ ਕੀਤੀ ਸੀ। ਭਾਈ ਬੁੱਧ ਸਿੰਘ ਜੋ ਬੁੰਗਾ ਸ਼ਹੀਦਾਂ ਵਿੱਚ ਰਿਹਾਇਸ਼ ਕਰਦੇ ਸਨ, ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰੀ ਵਿਦਵਾਨ ਸਨ, ਜਿਨ੍ਹਾਂ ਨੇ ਬਹੁਤ ਸਾਰੇ ਫਾਰਸੀ ਸਰੋਤਾਂ ਨੂੰ ਹਿੰਦੀ ਵਿੱਚ ਟ੍ਰਾਂਸਲੇਟ ਕੀਤਾ, ਉਲਥਾ ਕੀਤਾ। ਸਰਦਾਰ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ ਹੈ ਔਰ ਜਿਨ੍ਹਾਂ ਨੇ ਪੰਥ ਪ੍ਰਕਾਸ਼ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਹੈ, 10 ਬੰਦ ਬੁੰਗਾ ਸ਼ਾਮ ਸਿੰਘ ਨਾਲ ਸੀ, ਜੋ ਬੁੰਗਾ ਕੁਰੀਆਂ ਵੀ ਕਹਾਉਂਦਾ ਸੀ। ਇਸ ਬੁੰਗੇ ਵਿੱਚ ਉਹਨਾਂ ਨੇ ਆਪਣੀ ਲਿਖਤ 1841 ਈਸਵੀ ਵਿੱਚ ਪੂਰਨ ਕੀਤੀ, ਪ੍ਰਾਚੀਨ ਪੰਥ ਪ੍ਰਕਾਸ਼। ਭਾਈ ਸੰਤੋਖ ਸਿੰਘ ਚੂੜਾਮਣੀ, ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਹੈ, ਉਹ ਇੱਕ ਕਾਫੀ ਜਿਹੜਾ ਹੈ ਇਤਿਹਾਸ ਦਾ ਇੱਕ ਸਰੋਤ ਹੈ। ਉਹਨਾਂ ਨੇ ਆਪਣੀ ਲਿਖਤ ਸੂਰਜ ਪ੍ਰਕਾਸ਼ ਬੁੰਗਾ ਗਿਆਨੀਆਂ ਵਿੱਚ ਰਹਿ ਕੇ ਪੂਰਨ ਕੀਤੀ। ਇੱਕ ਬੁੰਗਾ ਗਿਆਨੀਆਂ ਉਹ ਹੈ ਜਿੱਥੇ ਪਿੱਛੇ ਜੇ ਖੁਦਾਈ ਦੇ ਵੇਲੇ ਜਿਹੜੀ ਹੈ ਉਹ ਥੱਲੇ ਜਗ੍ਹਾ ਨਿਕਲੀ ਸੀ ਕੁਝ ਸਮੇਂ ਪਹਿਲੇ, ਤੇ ਉਸ ਦੇ ਵਿੱਚ ਕਾਫੀ ਜਿਹੜਾ ਹੈ ਉਹ ਝਗੜਾ ਚੁਗੜਾ ਹੋਇਆ। ਲੇਕਿਨ ਇਹ ਉਹ ਮਸ਼ਹੂਰ ਬੁੰਗਾ ਗਿਆਨੀਆਂ ਦਾ, ਜਿੱਥੇ ਭਾਈ ਰਤਨ ਸਿੰਘ ਜੀ ਭੰਗੂ, ਭਾਈ ਸੰਤੋਖ ਸਿੰਘ ਜੀ ਚੂੜਾਮਨ ਔਰ ਇਹ ਜਿਹੜੇ ਵਿਦਵਾਨ ਸਨ, ਜਿਹੜੇ ਇਹ ਉੱਥੇ ਜਿਹੜੇ ਹਨ ਉਹ ਰਹਿੰਦੇ ਰਹੇ ਹਨ। ਉਦਾਸੀਆਂ ਅਤੇ ਨਿਰਮਣਿਆਂ ਵਾਲਾ ਬੁੰਗਾ ਵਿਦਿਆ ਦਾ ਬਹੁਤ ਵੱਡਾ ਅਦਾਰਾ ਸੀ। ਇਸ ਬੁੰਗੇ ਵਿੱਚ ਗੁਰਮੁਖੀ ਅਤੇ ਸੰਸਕ੍ਰਿਤ ਆਦਿ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਸਨ। ਇੱਥੇ ਪੰਜਾਬੀ, ਗੁਰਮੁਖੀ ਅਤੇ ਸੰਸਕ੍ਰਿਤ ਜਿਹੜੀਆਂ ਹਨ ਉਹ ਲੈਂਗੁਏਜਸ ਪੜ੍ਹਾਈਆਂ ਜਾਂਦੀਆਂ ਸਨ ਉਦਾਸੀਆਂ ਔਰ ਨਿਰਮਲਿਆਂ ਦੇ ਬੁੰਗਿਆਂ ਵਿੱਚ। ਕੁਝ ਬੁੰਗੇ ਸੰਗੀਤ ਸਿਖਲਾਈ ਲਈ ਬਹੁਤ ਵੱਡਾ ਯੋਗਦਾਨ ਪ੍ਰਦਾਨ ਕਰਦੇ ਸਨ। ਇਹਨਾਂ ਬੁੰਗਿਆਂ ਵਿੱਚ ਰਾਗ ਵਿਦਿਆ, ਕੀਰਤਨ ਅਤੇ ਸੰਗੀਤ ਨਾਲ ਸੰਬੰਧਿਤ ਸਾਜ਼ਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ਬੁੰਗਾ ਜਲਿਆਂਵਾਲਾ ਚਮੜੀ ਰੋਗ ਲਈ ਬਹੁਤ ਮਸ਼ਹੂਰ ਸੀ। ਉੱਥੇ ਚਮੜੀ ਰੋਗਾਂ ਦਾ ਇਲਾਜ ਜਿਹੜਾ ਹੈ ਉਹ ਬੁੰਗਾ ਜਲਿਆਂਵਾਲਾ ਵਿੱਚ ਹੁੰਦਾ ਸੀ। ਡਾਕਟਰ VN ਦੱਤਾ ਲਿਖਦੇ ਹਨ ਕਿ ਹਰਿਮੰਦਰ ਸਾਹਿਬ 4 ਚੁਫੇਰੇ ਬੁੰਗਿਆਂ ਨਾਲ ਘਿਰਿਆ ਹੋਇਆ ਸੀ। ਇਹਨਾਂ ਬੁੰਗਿਆਂ ਅੰਦਰ ਕਾਂਗੜਾ ਸ਼ੈਲੀ ਦੀਆਂ ਪੇਂਟਿੰਗ ਲੱਗੀਆਂ ਹੁੰਦੀਆਂ ਸਨ, ਜੋ ਕਿ ਉਸ ਵੇਲੇ ਬਹੁਤ ਪ੍ਰਸਿੱਧ ਸਨ। ਕੁਝ ਚਿੱਤਰਕਾਰ ਤਾਂ ਇੱਥੇ ਇਹਨਾਂ ਬੁੰਗਿਆਂ ਵਿੱਚ ਰਹਿ ਕੇ ਹੀ ਚਿੱਤਰਕਾਰੀ ਕਰਦੇ ਸਨ। ਇਤਨੀ ਬਹੁਮੁੱਲੀ ਵਿਰਾਸਤ ਸਾਡੇ ਕੋਲ ਹੁੰਦੇ ਹੋਏ ਵੀ ਪ੍ਰਕਰਮਾਂ ਨੂੰ ਖੁੱਲਾ ਕਰਨ ਅਤੇ ਸੁੰਦਰੀਕਰਨ ਦੀ ਐਸੀ ਹਨੇਰੀ ਆਈ ਕਿ ਇੱਕ ਇੱਕ ਕਰਕੇ ਸਭ ਬੁੰਗਿਆਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ। ਕੁਝ ਖਰੀਦ ਕੇ, ਕਈਆਂ ਨੂੰ ਲਾਲਚ ਦੇ ਕੇ ਤੇ ਕਈ ਜ਼ਬਰਦਸਤੀ ਨਾਲ ਕਾਬੂ ਕੀਤੇ ਗਏ ਅਤੇ ਖਤਮ ਕਰ ਦਿੱਤੇ ਗਏ। ਅੱਜ ਬਚੇ ਹਨ ਤਾਂ ਸਿਰਫ ਦੋ ਅਕਾਲ ਬੁੰਗਾ ਤੇ ਬਾਗਾ ਤੇ ਬੁੰਗਾ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ। ਆਓ ਅਸੀਂ ਕੁਝ ਹੋਰ ਇਹਨਾਂ ਬੁੰਗਿਆਂ ਦੇ ਬਾਰੇ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰੀਏ। ਪੰਥ ਦੀ ਸ਼ਾਨ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਦੁਆਲੇ ਬਣੇ ਬੁੰਗੇ। ਅਸੀਂ ਅਰਦਾਸ ਵਿੱਚ ਆਮ ਤੌਰ ਤੇ ਬੋਲਦੇ ਹਾਂ ਕਿ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬਣੇ ਬੁੰਗੇ ਵਿਸ਼ਵ ਪ੍ਰਸਿੱਧ ਹਨ ਅਤੇ ਸਿੱਖ ਇਤਿਹਾਸ ਵਿੱਚ ਇਹਨਾਂ ਦਾ ਬਹੁਤ ਮਹੱਤਵ ਹੈ। ਆਓ ਇਹਨਾਂ ਦੇ ਬਾਰੇ ਕੁਝ ਹੋਰ ਜਾਣਕਾਰੀ ਪ੍ਰਾਪਤ ਕਰੀਏ। ਸਭ ਤੋਂ ਪੁਰਾਣੀ ਉਰਦੂ ਦੀ ਪੁਸਤਕ ਤਵਾਰੀਖ ਦਰਬਾਰ ਸਾਹਿਬ ਯਾਨੀ ਹਰਿਮੰਦਰ ਸਾਹਿਬ ਵਾਕਿਆ ਅੰਮ੍ਰਿਤਸਰ ਵਾ ਸ਼ਹਿਰ ਵਿੱਚ ਬੁੰਗਿਆਂ ਦੀ ਗਿਣਤੀ 86 ਦਿੱਤੀ ਗਈ ਹੈ। ਪਰ ਦਰਬਾਰ ਸਾਹਿਬ ਕਮੇਟੀ ਵੱਲੋਂ ਸਨ 1930-31 ਈਸਵੀ ਵਿੱਚ
ਛਪੀ ਰਿਪੋਰਟ ਸ੍ਰੀ ਦਰਬਾਰ ਸਾਹਿਬ ਵਿੱਚ 71 ਬੁੰਗੇ ਲਿਖੇ ਹਨ ਅਤੇ ਅੰਤ 'ਚ ਇਹ ਨੋਟ ਦਿੱਤਾ ਹੈ ਕਿ ਅਸਲ ਬੁੰਗਿਆਂ ਦੀ ਗਿਣਤੀ 84 ਪ੍ਰਸਿੱਧ ਹੈ, ਪਰ ਸਮੇਂ ਦੇ ਚੱਕਰ ਨਾਲ ਕਈ ਬੁੰਗੇ ਇੱਕ ਦੂਜੇ ਵਿੱਚ ਸ਼ਾਮਲ ਹੋ ਜਾਣ ਨਾਲ ਗਿਣਤੀ ਘਟ ਗਈ। ਕਬਜ਼ੇ ਬਦਲਣ ਨਾਲ ਵੀ ਕਈ ਬੁੰਗਿਆਂ ਦੇ ਨਾਮ ਬਦਲੇ ਗਏ। ਗਿਆਨੀ ਗਿਆਨ ਸਿੰਘ ਜੀ ਨੇ ਆਪਣੀ ਪੁਸਤਕ ਤਾਰੀਖ ਅੰਮ੍ਰਿਤਸਰ ਵਿੱਚ ਬੁੰਗਿਆਂ ਦੀ ਗਿਣਤੀ 69 ਦੱਸੀ। ਸ੍ਰੀ ਹਰਿਮੰਦਰ ਸਾਹਿਬ ਸਰੋਵਰ ਪਰਿਕਰਮਾ ਤੇ ਬੁੰਗਿਆਂ ਅਤੇ ਸਾਰੇ ਸ਼ਹਿਰ ਅੰਮ੍ਰਿਤਸਰ ਦੀ ਜ਼ਮੀਨ ਸ੍ਰੀ ਗੁਰੂ ਰਾਮਦਾਸ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਇਰਦ ਗਿਰਦ ਦੇ ਪਿੰਡਾਂ ਦੇ ਜ਼ਮੀਂਦਾਰਾਂ ਪਾਸੋਂ ਮੁੱਲ ਖਰੀਦੀ ਸੀ। ਸਾਰੇ ਸ਼ਹਿਰ ਅੰਮ੍ਰਿਤਸਰ ਦੀ ਜ਼ਮੀਨ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਇਰਦ ਗਿਰਦ ਦੇ ਪਿੰਡਾਂ ਦੇ ਜ਼ਮੀਂਦਾਰਾਂ ਪਾਸੋਂ ਮੁੱਲ ਖਰੀਦੀ ਸੀ, ਜਿਸ ਕਰਕੇ ਸ਼ਹਿਰ ਦੀ ਕੁੱਲ ਜ਼ਮੀਨ ਦੀ ਮਾਲਕੀ ਗੁਰੂ ਘਰ ਦੀ ਸੀ। ਜਦ ਸ੍ਰੀ ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ ਤਾਂ ਸਰੋਵਰ ਵਿੱਚੋਂ ਨਿਕਲੀ ਸਾਰੀ ਮਿੱਟੀ ਪਰਿਕਰਮਾ ਦੇ ਬਾਹਰ 4 ਚੁਫੇਰੇ ਸੁਟਵਾ ਦਿੱਤੀ। ਕਾਰ ਸੇਵਾ ਤੇ ਦਰਸ਼ਨ ਹਿਤ ਆਈਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਲਈ ਗੁਰੂ ਸਾਹਿਬ ਨੇ ਸਰੋਵਰ ਦੀ ਪਰਿਕਰਮਾ ਦੇ ਬਾਹਰ-ਬਾਹਰ ਆਲੇ ਦੁਆਲੇ ਛਪਰੀਆਂ ਅਤੇ ਮਕਾਨ ਬਣਵਾਏ। ਬਾਅਦ ਵਿੱਚ ਛਪਰੀਆਂ ਦੇ ਥਾਂ ਕੁਝ ਕੱਚੇ ਮਕਾਨ ਬਣਾਏ ਤੇ ਬਾਅਦ ਵਿੱਚ ਕੱਚੇ ਮਕਾਨਾਂ ਦੇ ਥਾਂ ਪੱਕੇ ਮਕਾਨ ਬਣ ਗਏ, ਜਿਨ੍ਹਾਂ ਵਿੱਚ ਦੀਵਾਲੀ ਤੇ ਵਿਸਾਖੀ ਤੇ ਸਾਲਾਨਾ ਤੇ ਮੱਸਿਆ ਪੁੰਨਿਆ ਸੰਗਰਾਂਦਾਂ ਦੇ ਮਾਹਵਾਰੀ ਜੋੜ ਮੇਲਿਆਂ ਸਮੇਂ ਸੰਗਤ ਦੇ ਲੰਗਰ ਤੇ ਆਰਾਮ ਦਾ ਪ੍ਰਬੰਧ ਹੁੰਦਾ ਰਿਹਾ। ਪਰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬਰੂਦ ਨਾਲ ਉਡਾ ਦਿੱਤਾ, ਸਰੋਵਰ ਮਿੱਟੀ ਨਾਲ ਭਰ ਦਿੱਤਾ, ਜਿਵੇਂ ਕਿ ਅੱਗੇ ਵੀ ਇਸ ਦਾ ਜ਼ਿਕਰ ਕੀਤਾ ਹੈ, ਤਾਂ ਇਹ ਮਕਾਨ ਵੀ ਜਿਹੜੇ ਹਨ ਬੁੱਗੇ ਇਹਨਾਂ ਨੂੰ ਕੱਚੇ ਔਰ ਪੱਕੇ ਇਹਨਾਂ ਨੂੰ ਢਾ ਦਿੱਤਾ ਗਿਆ। ਅੰਮ੍ਰਿਤਸਰ ਦਾ ਪਹਿਲਾ ਬੁੱਗਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਭ ਤੋਂ ਪਹਿਲਾ ਨਾਂ ਅਕਾਲ ਬੁੱਗਾ ਸੀ, ਜਿਹੜਾ ਸਿੱਖ ਧਰਮ ਦੇ ਤਖਤਾਂ ਵਿੱਚੋਂ ਸ਼੍ਰੋਮਣੀ ਤਖਤ ਹੈ। ਇਸ ਨੂੰ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਦੀ ਰਾਜਸੀ ਸਰਗਰਮੀਆਂ ਤੇ ਕੇਂਦਰ ਵਜੋਂ 1608 ਵਿੱਚ ਸਥਾਪਿਤ ਕੀਤਾ ਸੀ। ਅਬਦਾਲੀ ਦੇ ਹਮਲੇ ਤੋਂ ਬਾਅਦ ਸਿੱਖ ਮਿਸਲਾਂ ਦੇ ਸਮੇਂ ਜਦ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨਵੇਂ ਸਿਰੇ ਉਸਾਰੀ ਗਈ ਤੇ ਸਰੋਵਰ ਦੀ ਮੁਰੰਮਤ ਕੀਤੀ ਗਈ, ਤਾਂ ਮਿਸਲਾਂ ਦੇ ਮੁਖੀਆਂ ਨੇ ਬੁੰਗਿਆਂ ਦੀਆਂ ਨਵੀਆਂ ਪੱਕੀਆਂ ਇਮਾਰਤਾਂ ਬਣਾਉਣੀਆਂ ਆਰੰਭ ਕੀਤੀਆਂ। ਜਦੋਂ ਸਿੱਖ ਰਿਆਸਤਾਂ ਕਾਇਮ ਹੋਈਆਂ ਤਾਂ ਸਿੱਖ ਰਾਜਿਆਂ ਨੇ ਗੁਰੂ ਘਰ ਦੀ ਸੇਵਾ ਸਮਝ ਕੇ ਸੰਗਤਾਂ ਦੇ ਆਰਾਮ ਵਾਸਤੇ ਪੱਕੇ ਬੁੰਗੇ ਬਣਵਾਏ। ਇਹਨਾਂ ਦੀ ਦੇਖਾ ਦੇਖੀ ਹੋਰ ਕਈ ਸਰਦਾਰਾਂ, ਇਲਾਕਿਆਂ, ਨਗਰਾਂ ਦੀਆਂ ਸੰਗਤਾਂ ਨੇ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਬੁੰਗਿਆਂ ਦੀ ਸੇਵਾ ਕਰਾਈ। ਬੁੰਗਿਆਂ ਦੇ ਨਾਮ ਸਿੱਖ ਸਰਦਾਰਾਂ, ਰਾਜੇ ਮਹਾਰਾਜਿਆਂ, ਮਿਸਲਾਂ, ਇਲਾਕਿਆਂ ਤੇ ਨਗਰਾਂ ਦੇ ਨਾਮ ਤੇ ਪ੍ਰਸਿੱਧ ਹੋਏ। ਗਿਆਨੀਆਂ ਦੇ ਬੁੰਗੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ, ਅਰਥ ਤੇ ਵਿਆਖਿਆ ਦੀ ਸਿਖਲਾਈ ਦਿੱਤੀ ਜਾਂਦੀ ਸੀ। ਰਾਗੀਆਂ ਦੇ ਬੁੰਗਿਆਂ ਵਿੱਚ ਗੁਰਮਤਿ ਤੇ ਸੰਗੀਤ ਤੇ ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਸੀ, ਜਦਕਿ ਅਕਾਲੀਆਂ ਦੇ ਬੁੰਗੇ 'ਚ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਇਆ ਜਾਂਦਾ ਸੀ। ਇਸ ਤੋਂ ਇਲਾਵਾ ਹੁਣ ਬੁੰਗੇ ਵਿੱਚ ਯਾਤਰੂਆਂ ਦੇ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਵੀ ਸੀ। ਬੁੰਗਿਆਂ ਨੂੰ ਗੁਰਦੁਆਰੇ ਦਾ ਹਿੱਸਾ ਹੀ ਸਮਝਿਆ ਜਾਂਦਾ ਸੀ। ਆਮ ਸਿੱਖ ਸੰਗਤ ਤੋਂ ਇਲਾਵਾ ਮਿਸਲਾਂ ਦੇ ਸਮੇਂ ਸਿੱਖ ਸਰਦਾਰ ਆਪਣੇ ਜੰਗੀ ਸਵਾਰਾਂ ਸਮੇਤ ਜਦ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਲਈ ਆਉਂਦੇ ਸਨ ਤਾਂ ਇਹਨਾਂ ਬੁੰਗਿਆਂ ਵਿੱਚ ਠਹਿਰਦੇ ਸਨ। ਹਰ ਇੱਕ ਬੁੰਗੇ ਵਿੱਚ ਇੱਕ ਬੁੰਗਾਈ ਮੈਨੇਜਰ ਹੁੰਦਾ ਸੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਅਤੇ ਬੁੰਗੇ ਆਦਿ ਦੀ ਸਫਾਈ ਅਤੇ ਆਏ ਗਏ ਯਾਤਰੂਆਂ ਦੀ ਸੇਵਾ ਕਰਦਾ ਸੀ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਦ ਕੋਈ ਸਿੱਖ ਸਰਦਾਰ ਜਾਂ ਮਹਾਰਾਜਾ ਆਉਂਦਾ ਤਾਂ ਉਹ ਬੁੰਗਿਆਂ ਦੀ ਟਹਿਲ ਸੇਵਾ ਦੇ ਬਦਲੇ ਸਰਬਰਾਹ ਸ੍ਰੀ ਦਰਬਾਰ ਸਾਹਿਬ ਨੂੰ ਕੁਝ ਮਾਇਆ ਤੇ ਮਿਠਾਈ ਦੇ ਜਾਂਦਾ ਸੀ। ਅੱਗੋਂ ਸਰਬਰਾਹ ਸਾਰੇ ਬੁੰਗਈਆਂ ਨੂੰ ਵੰਡ ਦਿੰਦਾ ਸੀ। ਵੱਡੇ ਵੱਡੇ ਬੁੰਗਿਆਂ ਦੀ ਮੁਰੰਮਤ ਲਈ ਸ੍ਰੀ ਦਰਬਾਰ ਸਾਹਿਬ ਵੱਲੋਂ ਰੋਜ਼ੀਨਾ ਅਤੇ ਅਕਾਲ ਸਾਹਿਬ ਵੱਲੋਂ ਨਾਮਾ ਮਿਲਦਾ ਹੁੰਦਾ ਸੀ। ਇਹ ਰੋਜ਼ੀਨਾ ਕੀ ਹੈ, ਇਹਦੀ ਦਾਸ ਨੂੰ ਸਮਝ ਨਹੀਂ ਹੈ। ਸਰਬਰਾਹ ਵੱਲੋਂ ਬੁੰਗਿਆਂ ਦੀ ਸਫਾਈ, ਸਫੈਦੀ ਤੇ ਮੁਰੰਮਤ ਕਰਨ ਬਾਰੇ ਬੁੰਗਿਆਂ ਵਿੱਚ ਬਦਮਾਸ਼ੀ ਜਾਂ ਹੋਰ ਕੋਈ ਮਾੜਾ ਕੰਮ ਨਾ ਕਰਨ ਬਾਰੇ ਹੁਕਮ ਨਿਕਲਦੇ ਹੁੰਦੇ ਸਨ। ਪਰ ਜਿਸ ਤਰ੍ਹਾਂ ਸਿੱਖ ਰਾਜ ਦੇ ਜਾਣ ਤੋਂ ਬਾਅਦ ਅੰਗਰੇਜ਼ ਰਾਜ ਆ ਜਾਣ ਤੇ ਗੁਰਦੁਆਰਿਆਂ ਦਾ ਪ੍ਰਬੰਧ ਬਹੁਤ ਢਿੱਲਾ ਹੋ ਗਿਆ, ਉਸੇ ਤਰ੍ਹਾਂ ਬੁੰਗਿਆਂ ਦਾ ਪ੍ਰਬੰਧ ਵੀ
ਕੋਈ ਤਸੱਲੀ ਬਖਸ਼ ਨਾ ਰਿਹਾ। ਬੁੰਗਿਆਂ ਵਿੱਚ ਚੋਰੀਆਂ, ਬਦਮਾਸ਼ੀਆਂ ਅਤੇ ਸਿੱਖ ਧਰਮ ਦੇ ਵਿਰੁੱਧ ਪ੍ਰਚਾਰ ਦੇ ਕੰਮ ਹੋਣ ਲੱਗ ਪਏ, ਜਿਸ ਦੇ ਸੁਧਾਰ ਹਿੱਤ ਤੇ ਗੁਰਦੁਆਰਿਆਂ ਵਿੱਚ ਪੰਥਕ ਪ੍ਰਬੰਧ ਲਿਆਉਣ ਲਈ ਅਕਾਲੀ ਲਹਿਰ ਦਾ ਜਨਮ ਹੋਇਆ। ਪੰਥਕ ਪ੍ਰਬੰਧ ਆ ਜਾਣ ਨਾਲ ਬੁੰਗਿਆਂ ਵਿੱਚੋਂ ਬਦਮਾਸ਼ੀਆਂ ਦੇ ਕੁਰੀਤੀਆਂ ਦੂਰ ਹੋ ਗਈਆਂ। ਕਾਰ ਸੇਵਾ ਅਤੇ ਮੋਰਚਿਆਂ ਦੇ ਦਿਨਾਂ ਵਿੱਚ ਸੰਗਤਾਂ ਤੇ ਅਕਾਲੀ ਜਥੇ ਇਹਨਾਂ ਬੁੰਗਿਆਂ ਵਿੱਚ ਹੀ ਰਹਿੰਦੇ ਸਨ। ਸਨ 1925 ਵਿੱਚ ਗੁਰਦੁਆਰਾ ਐਕਟ ਬਣਨ ਬਾਅਦ ਕਮੇਟੀ ਨੇ ਜਦ ਬੁੰਗਿਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਜਾਇਦਾਦ ਵਿੱਚ ਦਰਜ ਕਰ ਦਿੱਤਾ ਤਾਂ ਬੁੰਗਈਆਂ ਪਿੰਡਾਂ ਦੇ ਇਲਾਕਿਆਂ ਵਾਲਿਆਂ ਨੇ ਆਪਣੀ ਮਲਕੀਅਤ ਦੱਸ ਕੇ ਸਿੱਖ ਗੁਰਦੁਆਰਾ ਟ੍ਰਿਬਿਊਨਲ ਲਾਹੌਰ ਵਿੱਚ ਦਾਅਵੇ ਦਾਇਰ ਕਰ ਦਿੱਤੇ। ਸਰਕਾਰ ਅੰਗਰੇਜ਼ੀ ਬੁੰਗਿਆਂ ਦੇ ਹੱਲ ਵਿੱਚ ਅਦਾਲਤੀ ਫੈਸਲੇ ਕਰਵਾਉਣ ਲੱਗੀ ਤਾਂ ਕਮੇਟੀ ਨੇ ਇਸ ਪੰਥਕ ਜਾਇਦਾਦ ਨੂੰ ਫੁਰਦ-ਬੁਰਦ ਹੋਣੋਂ ਬਚਾਉਣ ਲਈ ਬੁੰਗਿਆਂ ਨਾਲ ਕੁਝ ਸ਼ਰਤਾਂ ਤਹਿਤ ਸਮਝੌਤੇ ਕਰ ਲਏ। ਉਹ ਸਮਝੌਤੇ ਹੇਠ ਲਿਖੇ ਹਨ, ਜਿਹੜੇ ਕਿ ਸਾਨੂੰ ਜਾਣਨੇ ਬੜੇ ਜ਼ਰੂਰੀ ਹਨ। ਪਹਿਲਾ, ਇਹ ਬੁੰਗਾ ਯਾਤਰੂਆਂ ਸ੍ਰੀ ਦਰਬਾਰ ਸਾਹਿਬ ਲਈ ਵਕਫ ਹੈ, ਜਿਸ ਦੀ ਜਾਇਦਾਦ ਨੂੰ ਕੋਈ ਗਹਿਣੇ ਜਾਂ ਬੈਅ ਨਹੀਂ ਕਰ ਸਕਦਾ, ਭਾਵ ਇਸ ਨੂੰ ਕੋਈ ਮੌਰਟਗੇਜ ਨਹੀਂ ਕਰ ਸਕਦਾ। ਇਸ ਜਾਇਦਾਦ ਨੂੰ, ਇਸ ਦਾ ਪ੍ਰਬੰਧ ਬੁੰਗੇ ਦੇ ਬਾਨੀਆਂ ਦੀ ਔਲਾਦ ਪਾਸ ਨਸਲਨ ਬਾਅਦ ਨਸਲ ਉਦੋਂ ਤੱਕ ਰਹੇਗਾ, ਹੈਰੀਡੇਟਰੀ, ਜਦ ਤੱਕ ਉਹ ਸਿੱਖ ਰਹਿਣਗੇ। ਸਰਬਰਾਹੀ ਵੀ ਉਹ ਆਪਣੇ ਆਪ ਕਰਨਗੇ ਅਤੇ ਬੰਗਈ ਵੀ ਉਹ ਮੁਕਰਰ ਕਰਨਗੇ ਜੋ ਅੰਮ੍ਰਿਤਧਾਰੀ ਸਿੱਖ ਹੋਵੇ। ਆਪ ਉਹਦੀ ਮੈਨੇਜਮੈਂਟ ਵੀ ਔਰ ਮੈਨੇਜਰ ਵੀ ਉਹੀ ਅਪਾਇੰਟ ਕਰਨਗੇ ਕਿ ਜੋ ਅੰਮ੍ਰਿਤਧਾਰੀ ਸਿੱਖ ਹੋਣ। ਬੰਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਸਫਾਈ ਆਦਿ ਕਰੇਗਾ। ਜਿਹੜਾ ਮੈਨੇਜਰ ਹੋਏਗਾ ਉਹਨਾਂ ਬੰਗਿਆਂ ਦਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਸਫਾਈ ਕਰੇਗਾ। ਬੰਗੇ ਵੀ ਸਿੱਖ ਧਰਮ ਦੇ ਖਿਲਾਫ ਕੋਈ ਕੰਮ ਨਹੀਂ ਹੋਣ ਦੇਵੇਗਾ। ਯਾਤਰੂਆਂ ਨੂੰ ਉਤਾਰੇਗਾ ਪਰ ਉਹਨਾਂ ਪਾਸੋਂ ਕੋਈ ਕਿਰਾਇਆ ਆਦਿ ਨਹੀਂ ਲਏਗਾ। ਬੰਗਈ ਬਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਕੋਈ ਸ਼ਿਕਾਇਤ ਕਰੇ ਤਾਂ ਪ੍ਰਬੰਧਕ ਪੁਰਾਣੇ ਬੰਗਈ ਨੂੰ ਹਟਾ ਕੇ ਨਵਾਂ ਬੰਗਈ ਰੱਖਣਗੇ। ਪ੍ਰਕਰਮਾਂ ਵਾਲੇ ਪਾਸੇ ਕੋਈ ਨਵੀਂ ਤਬਦੀਲੀ ਗੁਰਦੁਆਰਾ ਕਮੇਟੀ ਦੀ ਆਗਿਆ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਬੰਗਿਆਂ ਦੀ ਗਿਣਤੀ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਨੇ ਆਪਣੀ ਪੁਸਤਕ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਵਿੱਚ ਬੰਗਿਆਂ ਦੀ ਗਿਣਤੀ 69 ਲਿਖੀ ਹੈ, ਜਦਕਿ ਕਰਮ ਸਿੰਘ ਹਿਸਟੋਰੀਅਨ ਆਪਣੀ ਪੁਸਤਕ ਤਵਾਰੀਖ ਅੰਮ੍ਰਿਤਸਰ ਵਿੱਚ 73 ਦੱਸਦੇ ਹਨ, 73। ਉਹਨਾਂ ਬੰਗਿਆਂ ਦਾ ਦਿਸ਼ਾਵਾਰ ਵੇਰਵਾ ਹੇਠ ਲਿਖੇ ਅਨੁਸਾਰ ਦਿੱਤਾ ਹੈ। ਚੜ੍ਹਦੇ ਪਾਸੇ ਦੇ ਬੰਗੇ ਹਨ ਬੰਗਾ ਅਖਾੜਾ ਬ੍ਰਹਮ ਬੂਟਾ, ਬੰਗਾ ਰਾਮ ਸਿੰਘ ਗਿਆਨੀ, ਬੰਗਾ ਰਾਮਗੜੀਆ, ਬੰਗਾ ਬੁੜੀਏ ਵਾਲੇ ਸਰਦਾਰਾਂ ਦਾ, ਬੰਗਾ ਜੇਠੂ ਵਾਲੀਆਂ, ਬੰਗਾ ਮਜਬੀ ਸਿੰਘਾਂ, ਬੰਗਾ ਭਾਈ ਵਸਤੀ ਰਾਮ, ਬੰਗਾ ਜਵਾਲਾ ਸਿੰਘ ਪੜਾਨੀਆਂ, ਬੰਗਾ ਸੰਤ ਜੋਗਾ ਸਿੰਘ ਨਿਰਮਲਾ ਤੇ ਬੰਗਾ ਟੇਕ ਸਿੰਘ ਵਾਲਾ। ਇਹ 10 ਜਿਹੜੇ ਬੰਗੇ ਹਨ ਇਹ ਚੜ੍ਹਦੇ ਪਾਸੇ ਵੱਲ ਈਸਟਰਨ ਸਾਈਡ ਵੱਲ ਹਨ। ਸਦਰਨ ਸਾਈਡ ਵਾਲੇ ਪਾਸੇ ਦੱਖਣੀ ਪਾਸੇ ਦੇ ਬੰਗੇ ਹਨ ਬੰਗਾ ਸਰਦਾਰਾ ਸੋਹਲਾ ਵਾਲੀਏ, ਬੰਗਾ ਬੁੱਧ ਸਿੰਘ ਵਾਲਾ, ਬੰਗਾ ਸੋਹੀਆਂ ਵਾਲਾ, ਸ਼ਹੀਦ ਬੰਗਾ, ਬੰਗਾ ਕੇਸਗੜੀਆਂ, ਬੰਗਾ ਆਨੰਦਪੁਰੀਆਂ, ਬੰਗਾ ਦਸਵੰਧਾ ਸਿੰਘ ਸਿੱਧਵਾਂ, ਬੰਗਾ ਚਬਾਲੀਆਂ, ਬੰਗਾ ਕਾਲਿਆਂ ਵਾਲੇ ਸਰਦਾਰਾਂ ਦਾ, ਬੰਗਾ ਤਾਰਾ ਸਿੰਘ ਗੈਬਾ, ਬੰਗਾ ਤਾਰਾ ਸਿੰਘ ਕਾਹਨ ਸਿੰਘ ਮਾਨ, ਬੰਗਾ ਭੰਗਾ ਸਿੰਘ ਥਾਨੇਸਰੀ, ਬੰਗਾ ਮੱਝਾ ਸਿੰਘ, ਬੰਗਾ ਬਗੇਲ ਸਿੰਘ ਪ੍ਰਸਿੱਧ ਮਾਨਾਵਾਲੀਆ, ਬੰਗਾ ਮੀਰਕੋਟੀਆਂ, ਬੰਗਾ ਸ਼ਾਮ ਸਿੰਘ ਅਟਾਰੀ ਵਾਲਾ, ਬੰਗਾ ਜੱਸਾ ਸਿੰਘ ਨਿਰਮਲਾ, ਬੰਗਾ ਲੱਖਾ ਸਿੰਘ ਨਿਰਮਲਾ, ਬੰਗਾ ਚੜਤ ਸਿੰਘ ਰਾਗੀ, ਬੰਗਾ ਜੋਤ ਸਿੰਘ ਸੌੜੀਆਂ ਵਾਲਾ, ਬੰਗਾ ਜਵਾਲਾ ਸਿੰਘ ਪੜਾਨੀਆਂ, ਬੰਗਾ ਕਬੂਲੇ ਵਾਲੀਆਂ। ਹੁਣ ਵੈਸਟਰਨ ਸਾਈਡ ਤੇ ਜਿਹੜੇ ਬੰਗੇ ਹਨ ਉਹਨਾਂ ਦਾ ਜ਼ਿਕਰ ਆਉਂਦਾ ਹੈ। ਪੱਛਮੀ ਪਾਸੇ ਦੇ ਬੰਗੇ ਅਕਾਲ ਬੰਗਾ, ਬੰਗਾ ਜਲੀਆਂ ਵਾਲਾ, ਬੰਗਾ ਸ਼ਾਬਾਦੀਆਂ, ਬੰਗਾ ਮਜੀਠੀਆਂ, ਬੰਗਾ ਸਿੰਘਪੁਰੀਆਂ, ਬੰਗਾ ਸਿੰਘਪੁਰੀਆਂ ਦੂਜਾ, ਬੰਗਾ ਗੱਦੇ ਵਾਲੀਆਂ, ਬੰਗਾ ਜਮੇਦਾਰਾਂ, ਬੰਗਾ ਕਨਈਆ ਸਰਦਾਰਾਂ, ਬੰਗਾ ਰਾਜਾ ਧਿਆਨ ਸਿੰਘ, ਬੰਗਾ ਬਾਰਾਦਰੀ ਵਾਲਾ, ਬੰਗਾ ਬਾਬਾ ਯੋਧ ਸਿੰਘ ਛਾਪਾ ਵਾਲਾ, ਬੰਗਾ ਭਾਗ ਸਿੰਘ ਸ਼ਹੀਦ ਵਾਲਾ,
ਬੁੰਗਾ ਦੇਵਾ ਸਿੰਘ ਸ਼ਹੀਦ, ਬੁੰਗਾ ਰਾਗੀ ਧਨਪਤ ਸਿੰਘ, ਬੁੰਗਾ ਜਰਨੈਲ ਮੀਆਂ ਸਿੰਘ, ਬੁੰਗਾ ਭਾਈ ਗੁਰਦਾਸ ਸਿੰਘ ਗਿਆਨੀ, ਬੁੰਗਾ ਨਕਈ ਸਰਦਾਰਾਂ ਵਾਲਾ, ਬੁੰਗਾ ਅਪੈ ਸਿੰਘ ਹੁਕਮਨਾਮੀਆਂ, ਬੁੰਗਾ ਬਰਕੀ ਵਾਲੇ, ਬੁੰਗਾ ਕੜਿਆਲੀਆਂ ਵਾਲਾ, ਝੰਡਾ ਬੁੰਗਾ, ਬੁੰਗਾ ਚਮਾਰੀ ਵਾਲੇ ਸਰਦਾਰਾਂ ਦਾ, ਬੁੰਗਾ ਖਡੂਰੀਆਂ ਦਾ, ਬੁੰਗਾ ਸਿਆਲਕੋਟੀਆਂ ਦਾ, ਬੁੰਗਾ ਗੋਇੰਦਵਾਲੀਆਂ ਦਾ, ਬੁੰਗਾ ਚੀਚੇ ਵਾਲੇ ਸਰਦਾਰਾਂ ਦਾ ਤੇ ਬੁੰਗਾ ਸਰਕਾਰ। ਹੁਣ ਨਾਰਥ ਵਾਲੇ ਪਾਸੇ, ਉੱਤਰੀ ਪਾਸੇ ਦੇ ਬੁੰਗੇ ਹਨ ਬੁੰਗਾ ਘੰਟਾਘਰ ਪੁਲਿਸ ਚੌਂਕੀ ਤੇ ਚਬੂਤਰਾ ਘੰਟਾਘਰ, ਬੁੰਗਾ ਮਹਾਰਾਜਾ ਸ਼ੇਰ ਸਿੰਘ, ਬੁੰਗਾ ਰਾਣੀ ਸਦਾ ਕੌਰ ਮਹਿ ਹਵੇਲੀ, ਹਵੇਲੀ ਦੇ ਨਾਲ, ਬੁੰਗਾ ਕਬਰ ਨੌ ਨਿਹਾਲ ਸਿੰਘ, ਬੁੰਗਾ ਸੋਢੀਆਂ ਅਨੰਦਪੁਰੀਆਂ, ਬੁੰਗਾ ਕਾਹਨ ਸਿੰਘ ਨਿਰਮਲਾ, ਬੁੰਗਾ ਰਾਗੀ ਕਾਹਨ ਸਿੰਘ, ਬੁੰਗਾ ਨੂਰ ਮਹਿਲੀਆਂ, ਬੁੰਗਾ ਆਲੂ ਵਾਲੀਆਂ, ਬੁੰਗਾ ਮਲਵਈਆਂ, ਬੁੰਗਾ ਭਾਈ ਸਾਹਿਬਾਨ, ਬੁੰਗਾ ਸਰਦਾਰਾਨ ਜਲੇਵਾਲੀ। तो ये चारों साइडों के उपर ਜਿਹੜੇ ਬੁੰਗੇ ਸਨ ਉਹਨਾਂ ਦੇ ਮੈਂ ਨਾਮ ਆਪ ਜੀ ਨੂੰ ਪੜ੍ਹ ਕੇ ਸੁਣਾਏ ਹਨ। ਇਹਨਾਂ ਚੋਂ ਕਈ ਨਾਂ ਜਿਹੜੇ ਹਨ ਉਹ ਅੱਜ ਇਤਿਹਾਸ ਵਿੱਚ ਨਹੀਂ ਸਾਨੂੰ ਮਿਲਦੇ, ਲੇਕਿਨ ਇਹ ਇੱਕ ਬੜਾ ਇੰਪੋਰਟੈਂਟ ਡਾਕੂਮੈਂਟ ਹੈ ਜਿਸ ਰਾਹੀਂ ਸਾਨੂੰ ਇਹ ਡਿਟੇਲ ਜਿਹੜੀ ਹੈ ਮਿਲੀ, ਮੈਂ ਆਪ ਜੀ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੁੰਗੇ ਕੌਮ ਦੇ ਲੰਗਰ ਤੇ ਆਰਾਮਗਾਹਾਂ, ਗੁਰਮਤ ਦੀਆਂ ਵਿਦਿਆ ਦੀਆਂ ਟਕਸਾਲਾਂ ਤੇ ਰੱਖਿਆ ਹਿਤ ਮਜ਼ਬੂਤ ਕਿਲੇ ਹਨ। ਇਹਨਾਂ ਨੂੰ ਜੁਗੋ ਜੁਗ ਭਾਵ ਸਦਾ ਸਦਾ ਅਟਲ ਕਾਇਮ ਰੱਖਣ ਹਿਤ ਖਾਲਸਾ ਪੰਥ ਆਪਣੇ ਜਨਮ ਤੋਂ ਹੀ ਜੂਝਦਾ ਆਇਆ ਹੈ ਅਤੇ ਅੱਗੋਂ ਵੀ ਜੂਝਦਾ ਰਹੇਗਾ। ਇਸ ਲਈ ਸਮੁੱਚੇ ਖਾਲਸਾ ਪੰਥ ਅਤੇ ਹਰ ਗੁਰਸਿੱਖ ਦੀ ਦੋ ਵੇਲੇ ਦੀ ਅਰਦਾਸ ਦਾ ਇਹ ਇੱਕ ਅਟੁੱਟ ਅੰਗ ਬਣ ਗਏ ਹਨ। ਇਹ ਸਤਿਗੁਰਾ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹਿਣ। तो ਇਹ ਸੀ ਆਪ ਜੀ ਦੇ ਨਾਲ ਜੋ ਸਾਂਝਾ ਕੀਤੇ ਵਿਚਾਰ। तो मैं जिवें आप जी नूं बेनती की सी कि सिख इतिहास का एक गुमनाम पन्ना है बुंगा रामगढ़िया, चुंगा चौकियां झंडे बुंगे जुगो जुगा टाल सिखा की अरदास का हिस्सा है। अजोकी पीढ़ी इस गल तो नावाकिफ है कि झंडे बुंगे हुंदे की हैं। श्री गुरु रामदास जी वेले वरसोई पावन नगरी श्री अमृतसर साहब इस धरती ਨੂੰ ਹੁਣ ਤੱਕ ਅਨੇਕਾਂ ਪੜਾਅ ਦੇਖੇ ਹਨ। ਇਸ ਸ਼ਹਿਰ ਨੂੰ ਹਮਲਾਵਰਾਂ ਨੇ ਕਈ ਵਾਰ ਬਰਬਾਦ ਕੀਤਾ। 1765 ਈਸਵੀ ਵਿੱਚ ਸਿੱਖ ਮਿਸਲਾਂ ਦਾ ਪੰਜਾਬ 'ਚ ਬੋਲਬਾਲਾ ਹੋਇਆ ਤਾਂ ਇਹ ਸ਼ਹਿਰ ਕਈ ਮਿਸਲਾਂ ਦੇ ਮੁਖੀਆਂ ਦੇ ਪ੍ਰਬੰਧ ਹੇਠ ਆਇਆ। ਬਹੁਤ ਸਾਰੇ ਸਰਦਾਰਾਂ ਤੇ ਮੁਖੀਆਂ ਨੇ ਪ੍ਰਮੁੱਖ ਸਰੋਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਬੁੰਗੇ ਬਣਾਏ, ਕਟੜੇ ਬਣਾਏ ਜਾਂ ਲੋਕ ਵਪਾਰ ਤੇ ਕਾਰੀਗਰੀ ਚ ਜੋ ਨਿਪੁੰਨ ਹੋ ਸਕਣ ਲੋਕ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਚੌੜਾਈ ਦੌਰਾਨ ਕਈ ਬੁੰਗੇ ਤੋੜ ਦਿੱਤੇ ਗਏ, ਜਿਵੇਂ ਮੈਂ ਆਪ ਜੀ ਨੂੰ ਪਹਿਲੇ ਦੱਸਿਆ, ਪਰ ਬੁੰਗਾ ਰਾਮਗੜੀਆ ਹਟਵਾ ਹੋਣ ਕਾਰਨ ਬਚ ਗਿਆ। ਇਸ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਤੇ ਅੱਜ ਵੀ ਇਸ ਦੀ ਮਨਾਰ ਕਈ ਕਿਲੋਮੀਟਰ ਦੂਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ੋਭਾ ਵਧਾਉਂਦੀ ਹੈ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਭੰਜਨੀ ਬੇਰੀ ਦੇ ਨਾਲ ਇਸ ਇਮਾਰਤ ਨੂੰ ਤਾਂ ਹਰ ਕੋਈ ਦੇਖਦਾ ਹੈ, ਪਰ ਬਹੁਤੇ ਵਿਰਲੇ ਹੀ ਹਨ ਜੋ ਇਸ ਦੇ ਮਾਨਮਤੇ ਸ਼ਾਨਮਤੇ ਇਤਿਹਾਸ ਤੋਂ ਜਾਣੂ ਹੋਣ। ਧਰਤੀ ਅੰਦਰ ਕਈ ਮੰਜ਼ਲਾਂ ਡੂੰਘੀ ਇਹ ਮਹਿਜ ਇਮਾਰਤ ਹੀ ਨਹੀਂ ਬਲਕਿ ਸਿੱਖ ਨਿਰਮਾਣ ਕਲਾ ਦਾ ਅਦਭੁਤ ਨਮੂਨਾ ਹੈ ਜਿਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। 1783 ਈਸਵੀ ਵਿੱਚ ਜਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਆਪਣੇ ਸਾਥੀਆਂ ਸਰਦਾਰ ਜੱਸਾ ਸਿੰਘ ਦੀ ਆਲੂਵਾਲੀਆ ਤੇ ਸਰਦਾਰ ਬਘੇਲ ਸਿੰਘ ਦੇ ਨਾਲ ਮਿਲ ਕੇ ਦਿੱਲੀ ਦੇ ਕਿਲੇ ਨੂੰ ਜਿੱਤਿਆ ਤੇ ਦਿੱਲੀ ਨੂੰ ਫਤਿਹ ਕਿਹਾ ਜਾਂਦਾ ਹੈ। ਉੱਥੇ ਦਾ ਤਖਤੇ ਤਾਊਸ ਦੀ ਉਹ ਸਿਲ ਜਿਸ ਤੋਂ ਬਿਨਾਂ ਮੁਗਲ ਰਾਜਿਆਂ ਦੀ ਤਾਜਪੋਸ਼ੀ ਨਹੀਂ ਸੀ ਕੀਤੀ ਜਾਂਦੀ, ਇਸ ਸਿਲ ਤੇ ਬੈਠ ਕੇ ਔਰੰਗਜ਼ੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲਈ ਹੁਕਮ ਜਾਰੀ ਕੀਤੇ, ਜਿਸ ਤੇ ਬੈਠ ਕੇ ਜ਼ਾਲਮਾਂ ਨੇ ਨੌਵੇਂ ਪਾਤਸ਼ਾਹ ਤੇ ਉਹਨਾਂ ਦੇ ਨਾਲ ਸਿੱਖਾਂ ਨੂੰ ਫਤਵੇ ਲਾਏ। ਉਸ ਸਿਲ ਨੂੰ ਤਖਤ ਨਾਲੋਂ ਉਖਾੜ ਕੇ ਸੰਗਲਾਂ ਤੇ ਰੱਸਿਆਂ ਨਾਲ ਜੋੜ ਕੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਅਰਪਣ ਕੀਤਾ, ਜੋ ਅੱਜ ਵੀ ਦਿੱਲੀ ਤਖਤ ਤੇ ਸਿੰਘਾਂ ਦੀ ਜਿੱਤ ਦੇ ਪ੍ਰਤੀਕ ਵਜੋਂ ਇੱਥੇ ਮੌਜੂਦ ਹੈ। ਇਸ ਬੁੰਗੇ ਦੀ ਸਭ ਤੋਂ ਹੇਠਲੀ ਮੰਜ਼ਲ ਪਾਣੀ ਵਿੱਚ ਹੈ, ਜਿੱਥੇ ਪਹੁੰਚਣਾ ਸੰਭਵ ਨਹੀਂ। ਦੂਸਰੀ ਮੰਜ਼ਲ ਵਿੱਚ ਹਰ ਤਰ੍ਹਾਂ ਦੇ
ਹਥਿਆਰ ਤੇ ਖਾਣ ਪੀਣ ਦਾ ਸਮਾਨ ਰੱਖਣ ਤੇ ਜਮ੍ਹਾਂ ਕਰਨ ਲਈ ਥਾਂ ਵਰਤੀ ਜਾਂਦੀ ਹੋਵੇਗੀ। ਤੀਸਰੀ ਮੰਜ਼ਲ ਵਿੱਚ ਬਹੁਤ ਵੱਡਾ ਦਰਬਾਰ ਹਾਲ ਹੈ। ਇੱਥੇ ਮਹਾਰਾਜ ਦਾ ਤਖਤ ਰੱਖਣ ਵਾਲੀਆਂ ਪੌੜੀਆਂ ਸਹਿਤ ਸਟੇਜ ਬਣੀ ਹੋਈ ਹੈ ਤੇ ਅਹਿਲਕਾਰਾਂ ਤੇ ਕੈਦੀਆਂ ਲਈ ਕਮਰੇ ਬਣੇ ਹੋਏ ਹਨ। ਸ਼ਾਹੀ ਇਮਾਰਤ ਦੇ ਬਹੁਤ ਹੀ ਮਜ਼ਬੂਤ ਦੋ ਵੱਡੇ ਵੱਡੇ ਥੰਮ ਤੇ ਡਾਟਾਂ ਵਾਲੀਆਂ ਛੱਤਾਂ ਹਨ। ਚੌਥੀ ਤੇ ਉੱਪਰਲੀ ਮੰਜ਼ਲ ਵਿੱਚ ਖੁੱਲੇ ਵਿਹੜੇ ਤੋਂ ਇਲਾਵਾ ਉੱਤਰ ਦੱਖਣ ਵੱਲ ਵੱਡੇ ਵੱਡੇ ਹਾਲ ਦੇ ਕਮਰੇ ਬਣੇ ਹੋਏ ਹਨ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਜਾਣ ਲਈ ਤੋਂ ਪੰਜਵੀਂ ਬੇਰੀ ਤੋਂ ਠੀਕ ਸਾਹਮਣੇ ਬਣੀਆਂ ਪੌੜੀਆਂ ਰਾਹੀਂ ਉਤਰਨ ਦੀ ਵਿਵਸਥਾ ਹੈ। ਪੱਛਮ ਵੱਲ ਹਰਿਮੰਦਰ ਸਾਹਿਬ ਵਾਲੇ ਪਾਸੇ 40 ਥੰਮਾਂ ਵਾਲੀ ਸ਼ਾਨਦਾਰ ਚੌਥੀ ਮੰਜ਼ਲ ਬਣੀ ਹੋਈ ਹੈ, ਜਿਸ ਤੇ ਬੈਠ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਗੁਰਬਾਣੀ ਕੀਰਤਨ ਦਾ ਆਨੰਦ ਲਿਆ ਜਾ ਸਕਦਾ ਹੈ। ਸੋ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਬੁੰਗਾ ਰਾਮਗੜੀਆਂ ਉਸ ਵੇਲੇ ਦੇ ਸਮਕਾਲੀ ਮਿਸਲਾਂ ਦੁਆਰਾ ਉਸਾਰੇ ਸਾਰੇ ਹੀ ਬੁੰਗਿਆਂ ਨਾਲੋਂ ਦਿਓਤਬੰਦੀ, ਉਸਾਰੀ, ਨਕਾਸ਼ੀ ਤੇ ਚਿੱਤਰਕਾਰੀ ਦੇ ਆਧਾਰ ਤੇ ਵੱਖ ਸੀ। ਦਰਬਾਰ ਸਾਹਿਬ ਦੇ ਪੁਰਾਤਨ ਬੁੰਗਿਆਂ ਵਿੱਚੋਂ ਸਭ ਤੋਂ ਵੱਡਾ, ਮਜ਼ਬੂਤ ਤੇ ਅਜ਼ੀਮ ਫੌਜੀ ਮਹੱਤਤਾ ਵਾਲਾ ਬੁੰਗਾ ਜੱਸਾ ਸਿੰਘ ਰਾਮਗੜੀਆ ਨੇ ਸਨ 1755 ਈਸਵੀ ਵਿੱਚ ਬਣਵਾਇਆ। ਸਨ 1803 ਵਿੱਚ ਉਹਨਾਂ ਦੇ ਸਵਰਗਵਾਸ ਹੋਣ ਮਗਰੋਂ ਉਹਨਾਂ ਦੇ ਸਪੁੱਤਰ ਬਾਬਾ ਜੋਤ ਸਿੰਘ ਨੇ ਇਸ ਦੀ ਤਿਆਰੀ ਤੇ ਖੂਬਸੂਰਤੀ ਦਾ ਕੰਮ ਜਾਰੀ ਰੱਖਿਆ, ਪਰ ਜਦੋਂ ਸਪੁੱਤਰ ਬਾਬਾ ਜੋਤ ਸਿੰਘ ਜੀ ਚਲਾਣਾ ਕਰ ਗਏ ਤਾਂ ਇਸ ਤੋਂ ਬਾਕੀ ਰਹਿੰਦਾ ਕੰਮ ਹੋਣਾ ਬੰਦ ਹੋ ਗਿਆ। ਜੱਸਾ ਸਿੰਘ ਰਾਮਗੜੀਆ ਦੁਆਰਾ ਇਸ ਬੁੰਗੇ ਵਿੱਚ ਦੀਵਾਨੇ ਖਾਸ, ਜਿਸ ਵਿੱਚ ਮਹਾਰਾਜਾ ਸਾਹਿਬ ਦਾ ਸਿੰਘਾਸਨ ਹੈ ਤੇ ਇਸ ਦੀ ਛੱਤ 84 ਲਾਲ ਪੱਥਰਾਂ ਦੇ ਥੰਮ ਜੋ ਸਿੱਖ ਨਿਕਾਸ਼ੀ ਦਾ ਅਲੌਕਿਕ ਨਮੂਨਾ ਹਨ ਤੇ ਆਧਾਰਿਤ ਹੈ। ਇਸ ਸਿੰਘਾਸਨ ਦੀ ਉਚਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਹੁਤ ਨੀਵੀਂ ਹੈ। ਮਹਾਰਾਜ ਦੇ ਗੁਰੂ ਤੇ ਵਿਸ਼ਵਾਸ, ਨਿਮਰਤਾ, ਨਿਰਮਾਣ ਕਲਾ ਦੇ ਗਿਆਨ ਤੇ ਵਿਉਤਬੰਦੀ ਦੀ ਸ਼ਾਦੀ ਭਰਦੀ ਹੈ, ਗਵਾਹੀ ਦਿੰਦੀ ਹੈ। ਬੁੰਗੇ ਵਿੱਚ ਕੈਦੀਆਂ ਲਈ ਕਾਲ ਕੋਠੜੀ, ਦਰਬਾਰੀਆਂ, ਅਹਿਲਕਾਰਾਂ ਤੇ ਜਰਨੈਲਾਂ ਲਈ ਵੱਡਾ ਦੀਵਾਨ ਹਾਲ, ਜਿਸ ਦੇ ਇੱਕ ਪਾਸੇ ਖੂਹ ਤੇ ਹਵਾ ਰੋਸ਼ਨੀ ਲਈ ਯੋਗ ਪ੍ਰਬੰਧ ਹਨ। ਬੁੰਗੇ ਨੂੰ ਦੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਸ ਦੀਆਂ 5 ਮੰਜ਼ਲਾਂ ਬਣਾਉਣ ਦੀ ਤਜਵੀਜ਼ ਹੋਏਗੀ, ਪਰ 4 ਮੰਜ਼ਲਾਂ ਹੀ ਬਣ ਸਕੀਆਂ। ਇਹਨਾਂ ਦੀ ਕੁੱਲ ਲੰਬਾਈ 155 ਫੁੱਟ ਤੇ ਚੌੜਾਈ 84 ਫੁੱਟ ਹੈ। ਪੂਰਬ ਵਾਲੇ ਦੇ ਕੋਨਿਆਂ ਤੇ ਈਸਟਰਨ ਸਾਈਡ ਦੇ ਕਾਰਨਰ ਤੇ 156 ਫੁੱਟ ਦੇ ਕਰੀਬ 2 ਮੋਰਚੇ, ਜਿਸ ਨਾਲ ਦੁਸ਼ਮਣ ਤੇ ਵਾਰ ਕੀਤਾ ਜਾ ਸਕਦਾ ਸੀ, ਬਣਾਏ ਹੋਏ ਸਨ। ਇਸ ਤਰ੍ਹਾਂ ਬੁੰਗੇ ਅੰਦਰੋਂ ਹੀ ਘੁਮਾਉਣਦਾਰ ਪੌੜੀਆਂ ਰਾਹੀਂ ਉੱਪਰ ਜਾਇਆ ਜਾ ਸਕਦਾ ਸੀ, ਜਿਸ ਦੀ ਵਰਤੋਂ ਦੁਸ਼ਮਣ ਨੂੰ ਦੂਰੋਂ ਆਉਂਦਿਆਂ ਵੇਖ ਕੇ ਯੋਧਿਆਂ ਨੂੰ ਲੜਾਈ ਲਈ ਤਿਆਰ ਬਰ ਤਿਆਰ ਰਹਿਣ ਲਈ ਕੀਤੀ ਜਾਂਦੀ ਸੀ। ਜ਼ਿਆਦਾਤਰ ਸੰਗਤਾਂ ਨੂੰ ਇਸ ਬੁੰਗੇ ਦੇ ਰਾਹ ਦਾ ਨਹੀਂ ਪਤਾ। ਸ੍ਰੀ ਗੁਰੂ ਰਾਮਦਾਸ ਜੀ ਦੀ ਨਵੀਂ ਲੰਗਰ ਇਮਾਰਤ ਬਣਨ ਕਾਰਨ ਅੱਜ ਕੱਲ੍ਹ ਬੁੰਗੇ ਅੰਦਰ ਜਾਣ ਲਈ ਤੰਗ ਜਾਂ ਰਸਤਾ ਲੰਗਰ ਹਾਲ ਦੇ ਪਿਛਲੇ ਪਾਸਿਓਂ ਜਾਂਦਾ ਹੈ। ਇਸ ਲਈ ਕਾਫੀ ਪੁੱਛ ਪੜਤਾਲ ਕਰਨੀ ਪੈਂਦੀ ਹੈ। 1905 ਵਿੱਚ ਆਏ ਭੂਚਾਲ ਨਾਲ ਬੁੰਗੇ ਵਿੱਚ ਨਿਰਮਿਤ ਹੋਏ ਦੋਵੇਂ ਮੀਨਾਰਾਂ ਦੀ ਗੁੰਬਦ ਟੁੱਟ ਗਈ। ਫਿਰ ਇਸ ਪਿੱਛੋਂ ਜੂਨ 1984 ਦੇ ਆਪਰੇਸ਼ਨ ਬਲੂ ਸਟਾਰ ਦੌਰਾਨ ਹੋਈ ਗੋਲੀਬਾਰੀ ਵਿੱਚ ਜਿੱਥੇ ਕਈ ਇਤਿਹਾਸਕ ਇਮਾਰਤਾਂ ਮਲੀਆ ਮੇਟ ਹੋ ਗਈਆਂ, ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਮੌਜੂਦ ਰਾਮਗੜੀਆਂ ਦਾ ਵੀ, ਬੁੰਗਾ ਰਾਮਗੜੀਆ ਦਾ ਵੀ ਕਾਫੀ ਮਾਤਰਾ 'ਚ ਨੁਕਸਾਨ ਹੋਇਆ। ਫੌਜ ਨੂੰ ਇਹ ਡਾਊਟ ਸੀਗੀ, ਖਦਸ਼ਾ ਸੀ ਕਿ ਉੱਚੇ ਮੀਨਾਰ ਹੋਣ ਕਰਕੇ ਉਹਨਾਂ ਤੇ ਜਵਾਬੀ ਹਮਲਾ ਹੋ ਸਕਦਾ ਹੈ। ਇਸ ਕਾਰਨ ਕੌਮ ਦੀ ਇਸ ਮਹਾਨ ਵਿਰਾਸਤ ਨੂੰ ਭਾਰੀ ਨੁਕਸਾਨ ਹੋਇਆ। ਬਾਬਾਨੀਆਂ ਕਹਾਣੀਆਂ ਪੁੱਤ ਕਰੇਨ ਤੇ ਮਹਾਂਵਾਕ ਅਨੁਸਾਰ ਵਿੱਚ ਸੰਸਾਰ ਵਿੱਚ ਉਹ ਕੌਮਾਂ ਹੀ ਜਿੰਦਾ ਰਹਿੰਦੀਆਂ ਹਨ ਜਿਨ੍ਹਾਂ ਨੇ ਅਨੁਯਾਈ ਆਪਣੇ ਇਤਿਹਾਸ ਤੇ ਆਪਣੀਆਂ ਵਿਰਾਸਤਾਂ ਦੀ ਸੰਭਾਲ ਕਰਕੇ ਇਸ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੇ ਹਨ। ਆਓ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਮਹਾਨ ਇਤਿਹਾਸ ਨਾਲ ਜੋੜੀਏ। ਆਓ ਅਸੀਂ ਹੁਣ ਕੁਝ ਜੋ ਅਖਾੜੇ ਹਨ ਉਹਨਾਂ ਬਾਰੇ ਆਪ ਜੀ ਦੇ ਨਾਲ ਇਤਿਹਾਸ ਜਿਹੜਾ ਹੈ ਉਹ ਸਾਂਝਾ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਅਖਾੜਾ ਕਹਿੰਦੇ ਕਿਸ ਨੂੰ ਹਨ। तो अखाड़ा संस्कृत के शब्द अक्षपाठ या अक्षरवाट तो निकलिया है, जिसके अर्थ हैं रंगमंच, रंगभूमि का खेतर। हिंदू धर्म अंदर सन्यासियों और बैरागियों के डेरियां लई इस शब्द की आम वरतों की जाती है। सिख परंपरा विच
ਵੀ ਉਦਾਸੀ ਅਤੇ ਨਿਰਮਲੇ ਆਪਣੇ ਟਿਕਾਣਿਆਂ ਲਈ ਇਹ ਪਦ ਵਰਤੇ ਹਨ। ਆਮ ਤੌਰ ਤੇ ਪ੍ਰਮੁੱਖ ਤੀਰਥ ਸਥਾਨਾਂ ਉੱਪਰ ਬਣੇ ਹੋਏ ਇਹ ਅਖਾੜੇ ਉੱਥੇ ਰਹਿਣ ਵਾਲੇ ਸਾਧੂਆਂ ਅਤੇ ਹੋਰ ਯਾਤਰੀਆਂ ਲਈ ਖਾਣ ਅਤੇ ਠਹਿਰਨ ਦੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ। ਇਹ ਥਾਵਾਂ ਨਵੇਂ ਬਣਨ ਵਾਲੇ ਸਾਧੂਆਂ ਦੀ ਪੜ੍ਹਾਈ ਅਤੇ ਸਿਖਲਾਈ ਦਾ ਵੀ ਕੇਂਦਰ ਹੁੰਦੀਆਂ ਹਨ। ਆਪਣਾ ਇੱਕ ਹਰ ਜੋ ਪੁਰਾਤਨ ਕਾਲ ਤੋਂ ਹੀ ਹੋਂਦ ਵਿੱਚ ਇਹ ਆਉਂਦੀਆਂ ਹਨ। ਸੰਨਿਆਸੀ ਅਤੇ ਬੈਰਾਗੀਆਂ ਪਰੰਪਰਾਵਾਂ ਦੇ ਅਖਾੜੇ ਤਾਂ ਪੁਰਾਤਨ ਕਾਲ ਤੋਂ ਹੀ ਹੋਂਦ ਵਿੱਚ ਹਨ, ਪਰੰਤੂ ਉਦਾਸੀ ਪਰੰਪਰਾ ਵਿੱਚ ਆਪਣਾ ਇੱਕ ਵੱਖਰਾ ਅਖਾੜਾ ਸਥਾਪਿਤ ਕਰਨ ਦੀ ਵਿਚਾਰ ਪਹਿਲੀ ਵਾਰੀ ਮਹੰਤ ਪ੍ਰੀਤਮ ਦਾਸ ਨਿਰਵਾਣ, ਜਿਨ੍ਹਾਂ ਦਾ ਕਾਰਜਕਾਲ 1753 ਤੋਂ 1831 ਤੱਕ ਸੀ, ਉਹਨਾਂ ਦੇ ਮਨ ਵਿੱਚ ਆਇਆ। ਦੱਖਣੀ ਭਾਰਤ ਵਿੱਚ ਆਪਣੀਆਂ ਯਾਤਰਾਵਾਂ ਦੇ ਦੌਰਾਨ ਮਹੰਤ ਜੀ ਨੇ ਹੈਦਰਾਬਾਦ ਰਿਆਸਤ ਦੇ ਦੀਵਾਨ ਚੰਦੂ ਲਾਲ ਤੇ ਚਾਚੇ ਨਾਨਕ ਚੰਦ ਨੂੰ ਇਸ ਮੰਤਵ ਹਿੱਤ ਦਾਨ ਦੇਣ ਲਈ ਮਨਾ ਲਿਆ। ਨਤੀਜੇ ਵਜੋਂ 1799 ਈਸਵੀ ਵਿੱਚ ਪ੍ਰਯਾਗਰਾਜ ਇਲਾਹਾਬਾਦ ਵਿਖੇ ਉਦਾਸੀਆਂ ਦਾ ਪੰਚਾਇਤੀ ਕੇਂਦਰ ਅਖਾੜਾ ਹੋਂਦ ਵਿੱਚ ਆਇਆ। ਇਸ ਕੇਂਦਰੀ ਅਖਾੜੇ ਦੀਆਂ ਵੱਖਰੇ ਤੀਰਥ ਸਥਾਨਾਂ ਉੱਪਰ ਕਈ ਸ਼ਾਖਾਵਾਂ ਵੀ ਬਣ ਗਈਆਂ। 2 ਸਾਲ ਬਾਅਦ ਮਹੰਤ ਪ੍ਰੀਤਮ ਦਾਸ ਨੇ ਅੰਮ੍ਰਿਤਸਰ ਵਿਖੇ ਨਿਰਵਾਣ ਅਖਾੜਾ ਸਥਾਪਿਤ ਕੀਤਾ, ਜੋ ਪਿੱਛੇ ਸੰਗਲਵਾੜਾ ਅਖਾੜਾ ਦੇ ਨਾਮ ਨਾਲ ਵੀ ਪ੍ਰਸਿੱਧ ਹੋਇਆ। ਉਹ ਆਪ ਇਸ ਅਖਾੜੇ ਦੇ ਮੁਖੀ ਰਹੇ। ਕੋਈ ਹੋਰ ਉਦਾਸੀ ਸਾਧੂਆਂ ਨੇ ਵੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਆਪਣੇ ਅਖਾੜੇ ਸਥਾਪਿਤ ਕਰ ਲਏ। ਜਦੋਂ 20 ਸਦੀ ਦੇ ਦੂਸਰੇ ਦਹਾਕੇ ਵਿੱਚ ਸਿੱਖ ਗੁਰਦੁਆਰਾ ਸੁਧਾਰ ਲਹਿਰ ਆਰੰਭ ਹੋਈ ਤਾਂ ਇਹਨਾਂ ਵਿੱਚੋਂ ਕਈ ਅਖਾੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧੀਨ ਕਰ ਲਏ। 20ਵੀਂ ਸਦੀ ਦੇ 8ਵੇਂ ਦਹਾਕੇ ਵਿੱਚ ਸ਼੍ਰੋਮਣੀ ਕਮੇਟੀ ਦੁਆਰਾ ਆਪਣੇ ਕਬਜ਼ੇ ਵਿੱਚ ਲਿਆ ਜਾਣ ਵਾਲਾ ਅਖੀਰਲਾ ਅਜਿਹਾ ਅਖਾੜਾ ਬ੍ਰਹਮ ਬੂਟਾ ਅਖਾੜਾ ਸੀ। ਉਦਾਸੀ ਸਿੱਖਾਂ ਦੀ ਇੱਕ ਸ਼ਾਖਾ ਸੰਗਤ ਸਾਹਿਬ ਭਾਈ ਫੇਰੂ ਨੇ 1839 ਈਸਵੀ ਵਿੱਚ ਆਪਣਾ ਇੱਕ ਵੱਖਰਾ ਅਖਾੜਾ ਹਰਿਦੁਆਰ ਨੇੜੇ ਕੰਕਲ ਵਿੱਚ ਸਥਾਪਿਤ ਕਰ ਲਿਆ। ਇਸ ਦਾ ਨਾਮ ਸ੍ਰੀ ਗੁਰੂ ਨਿਆ ਅਖਾੜਾ ਉਦਾਸੀਨ ਸੀ, ਪਰੰਤੂ ਆਮ ਤੌਰ ਤੇ ਇਸ ਨੂੰ ਉਦਾਸੀਆਂ ਦਾ ਛੋਟਾ ਅਖਾੜਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਨਿਰਮਲੇ ਸਿੱਖਾਂ ਨੇ ਵੀ 1862 ਈਸਵੀ ਵਿੱਚ ਪਟਿਆਲਾ ਵਿਖੇ ਆਪਣਾ ਇੱਕ ਵੱਖਰਾ ਕੇਂਦਰੀ ਅਖਾੜਾ ਸਥਾਪਿਤ ਕਰ ਲਿਆ। ਇਸ ਮੰਤਵ ਹਿੱਤ ਧਨ ਦੀ ਸੇਵਾ ਪਟਿਆਲਾ, ਨਾਭਾ ਤੇ ਜੀਂਦ ਰਿਆਸਤਾਂ ਹੁਲਕੀਆਂ ਰਿਆਸਤ ਨੇ ਕੀਤੀ। ਧਰਮ ਤੁਜਾ ਅਖਾੜਾ ਗੁਰੂ ਗੋਬਿੰਦ ਸਿੰਘ ਨਾਂ ਦੇ ਨਾਲ ਜਾਣੇ ਜਾਂਦੇ ਸੀ। ਇਸ ਅਖਾੜੇ ਵਿੱਚ ਕਈ ਬ੍ਰਾਂਚਾਂ ਹਾਲੇ ਵੀ ਉੱਤਰੀ ਭਾਰਤ ਦੇ ਵਿਭਿੰਨ ਸ਼ਹਿਰਾਂ ਜਿਹਾ ਕਿ ਹਰਿਦੁਆਰ, ਕੰਕਲ, ਇਲਾਹਾਬਾਦ, ਉਜੈਨ, ਨਾਸਕ, ਕੁਰੂਖੇਤਰ ਆਦਿ ਵਿਖੇ ਮੌਜੂਦ ਹੈ। ਅੱਜ ਕੱਲ੍ਹ ਨਿਰਮਲੇ ਸਿੱਖਾਂ ਦਾ ਕੇਂਦਰੀ ਸਥਾਨ ਜਿਹੜਾ ਹੈ ਉਹ ਕੰਕਲ ਵਿਖੇ ਹੈ। ਮਹਿਲਾਂ ਦੇ ਪਹਿਲਵਾਨਾਂ ਦੇ ਭੁੱਲਾਂ ਦੀ ਜਗ੍ਹਾ ਨੂੰ ਵੀ ਅਖਾੜਾ ਕਿਹਾ ਜਾਂਦਾ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਆਪਣੇ ਡੇਰੇ ਦੇ ਕੋਲ ਮੱਲ ਅਖਾੜਾ ਸਥਾਪਿਤ ਕੀਤਾ ਸੀ। ਇਸ ਜਗ੍ਹਾ ਨੂੰ ਅੱਜ ਕੱਲ੍ਹ ਗੁਰਦੁਆਰਾ ਮੱਲ ਅਖਾੜਾ ਕਿਹਾ ਜਾਂਦਾ ਹੈ। ਅਖਾੜਾ ਸ਼ਬਦ ਕਈ ਪ੍ਰਕਾਰ ਦੇ ਹੋਰ ਸਾਧਨਾਂ ਨੂੰ ਵੀ ਕਿਹਾ ਜਾਂਦਾ ਹੈ, ਜਿਵੇਂ ਸਾਧੂਆਂ ਦਾ ਡੇਰਾ, ਸੰਤਾਂ ਦੀ ਮੰਡਲੀ, ਸਾਧੂ ਸੰਤਾਂ ਦੁਆਰਾ ਸਥਾਪਿਤ ਧਰਮ ਪ੍ਰਚਾਰਕ ਜਥੇ, ਲੋਕ ਗਾਇਕ ਜਦੋਂ ਭਰੇ ਇਕੱਠ ਵਿੱਚ ਗਾਉਂਦੇ ਹਨ ਤਾਂ ਉਸ ਨੂੰ ਵੀ ਅਖਾੜਾ ਕਿਹਾ ਜਾਂਦਾ। ਹਲਕੇ ਰੋਮ ਵਿੱਚ ਜੁੜੀ ਮੰਡਲੀ ਜਦੋਂ ਕੋਈ ਮਨ ਪਰਚਾਵਾ ਕਰਦੀ ਹੈ ਤਾਂ ਉਸ ਨੂੰ ਵੀ ਅਖਾੜਾ ਕਿਹਾ ਜਾਂਦਾ। ਆਓ ਅਸੀਂ ਦੇਖੀਏ ਕਿ ਉਦਾਸੀਆਂ ਤੇ ਨਿਰਮਲਿਆਂ ਦੇ ਕੀ ਅਖਾੜੇ ਹਨ। ਉਦਾਸੀਆਂ ਦੇ ਅਖਾੜੇ ਬਾਰੇ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਨੇ ਉਦਾਸੀ ਹੋ ਕੇ ਤਪੱਸਿਆ ਦਾ ਮਾਰਗ ਅਪਣਾਇਆ। ਜਦ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਵਿਆਖਿਆ ਕਰਦੇ ਤਾਂ ਬਾਬਾ ਸ੍ਰੀ ਚੰਦ ਅਕਸਰ ਇਹ ਵਿਆਖਿਆ ਸੁਣਦੇ ਸੀ। ਇਸ ਦੇ ਆਧਾਰ ਤੇ ਬਾਬਾ ਸ੍ਰੀ ਚੰਦ ਗੁਰਮਤਿ ਦਾ ਪ੍ਰਚਾਰ ਕਰਦੇ ਰਹਿੰਦੇ। ਹੌਲੀ ਹੌਲੀ ਬਾਬਾ ਸ੍ਰੀ ਚੰਦ ਜੀ ਦਾ ਇੱਕ ਵੱਖਰਾ ਪੰਥ ਬਣ ਗਿਆ, ਜਿਸ ਦਾ ਨਾਮ ਉਦਾਸੀਨ ਪੰਥ ਪ੍ਰਸਿੱਧ ਹੋਇਆ। ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਬਾਬਾ ਸ੍ਰੀ ਚੰਦ ਤੇ ਪਿੱਛੋਂ ਇਸ ਮਤ ਦੇ ਵੱਡੇ ਆਗੂ ਹੋਏ ਸਨ। ਇਹਨਾਂ ਦੇ 4 ਸੇਵਕਾਂ ਨੇ ਪ੍ਰਚਾਰ ਲਈ ਉਦਾਸੀਆਂ ਦੇ 4 ਧੂਣੇ ਥਾਪੇ। ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਿਰਾਏ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੋਈਆਂ ਬਖਸ਼ਿਸ਼ਾਂ ਨਾਲ 6 ਬਖਸ਼ਿਸ਼ਾਂ ਸਥਾਪਿਤ ਹੋਈਆਂ। ਇਹਨਾਂ 4 ਧੂਣਿਆਂ ਅਤੇ 6 ਬਖਸ਼ਿਸ਼ਾਂ ਨੇ
ਸਾਧੂਆਂ ਦੇ ਸੈਂਕੜੇ ਡੇਰੇ ਅਖਾੜੇ ਤੇ ਕੇਂਦਰ ਸਨ। ਉਦਾਸੀ ਮਤ ਦੇ ਇੱਕ ਮਹਾਤਮਾ ਪ੍ਰੀਤਮ ਦਾਸ ਨੇ ਮਹਿਸੂਸ ਕੀਤਾ ਕਿ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਇਹਨਾਂ ਸਾਧੂਆਂ ਨੂੰ ਤੀਰਥਾਂ ਤੇ ਲੱਗਣ ਵਾਲੇ ਮੇਲਿਆਂ ਤੇ ਰਿਹਾਇਸ਼ ਭੋਜਨ ਆਦਿ ਦਿੱਕਤ ਹੁੰਦੀ ਹੈ, ਤੇ ਉਹਨਾਂ ਨੇ ਇਸ ਕੰਮ ਵੀ ਜਿਹੜੀ ਆ ਅਖਾੜਿਆਂ ਦੀ ਆਰੰਭਤਾ ਕੀਤੀ। ਤੋਂ ਸਨ 1779 ਵਿੱਚ ਪੰਚਾਇਤ ਅਖਾੜੇ ਦੀ ਸਥਾਪਨਾ ਹੋਈ। ਅਖਾੜੇ ਲਈ ਚੀਜ਼ਾਂ ਵਸਤ ਦਾ ਪ੍ਰਬੰਧ ਕਰਨ ਤੋਂ ਇਲਾਵਾ ਇਸ ਦੇ ਸਹਿਯੋਗ ਪ੍ਰਬੰਧ ਲਈ ਨਿਯਮ ਵੀ ਬਣਾਏ ਗਏ। ਭਾਵੇਂ ਅਖਾੜੇ ਦਾ ਸਦਰ ਮੁਕਾਮ ਪ੍ਰਯਾਗਰਾਜ ਹੈ, ਇਲਾਹਾਬਾਦ ਹੈ, ਪਰ ਕੰਕਲ, ਕਾਸ਼ੀ ਆਦਿ ਥਾਵਾਂ ਤੇ ਵੀ ਇਸ ਅਖਾੜੇ ਦੀਆਂ ਕਈ ਸ਼ਾਖਾਵਾਂ ਇਮਾਰਤਾਂ ਮੌਜੂਦ ਹਨ। ਸਨ 1839 ਵਿੱਚ ਸੰਗਤ ਸਾਹਿਬ ਭਾਈ ਫੇਰੂ ਦੀ ਸੰਪਰਦਾਇਕ ਤੇ ਸਾਧੂ ਪੰਚਾਇਤੀ ਅਖਾੜੇ ਨਾਲ ਨਾਰਾਜ਼ ਹੋ ਗਏ ਤੇ ਉਹਨਾਂ ਨੇ ਸ੍ਰੀ ਗੁਰੂ ਨਸ਼ਾ ਅਖਾੜਾ ਉਦਾਸੀਨ ਬਣਾ ਲਿਆ। ਇਸ ਨੂੰ ਜੋ ਹੈ ਇਸ ਦਾ ਸਦਰ ਮੁਕਾਮ ਕੰਕਲ ਵਿਖੇ। ਅੰਮ੍ਰਿਤਸਰ ਵਿੱਚ 1781 ਈਸਵੀ ਵਿੱਚ ਬਣਿਆ ਸੰਤੋਖ ਦਾਸ ਵਾਲਾ ਅਖਾੜਾ, 1786 ਈਸਵੀ ਵਿੱਚ ਬਣਿਆ ਮੰਗਲ ਅਖਾੜਾ ਅਤੇ 1793 ਈਸਵੀ ਵਿੱਚ ਬਣਿਆ ਨਿਰਬਾਨਸਰ ਵੀ ਭਾਵੇਂ ਅਖਾੜੇ ਕਹੇ ਜਾਂਦੇ ਸਨ, ਪਰ ਇਹ ਪੰਚਾਇਤੀ ਤੇ ਛੋਟੇ ਅਖਾੜੇ ਨਹੀਂ ਹਨ, ਕੇਵਲ ਸਾਧੂਆਂ ਦੇ ਡੇਰੇ ਹਨ। ਇਹਨਾਂ ਅਖਾੜਿਆਂ ਵਿੱਚ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਅਤੇ ਗੁਰਬਾਣੀ ਦੇ ਆਧਾਰ ਤੇ ਗੁਰਮਤਿ ਦਾ ਪ੍ਰਚਾਰ ਹੁੰਦਾ ਰਿਹਾ। ਗੁਰਦੁਆਰਾ ਸੁਧਾਰ ਲਹਿਰ ਦੇ ਜ਼ੋਰ ਫੜਨ ਤੋਂ ਬਾਅਦ ਇਹਨਾਂ ਅਖਾੜਿਆਂ ਦੇ ਮਹੰਤਾਂ ਨੇ ਇਸ ਗੱਲੋਂ ਡਰਦੇ ਹੋਏ ਕਿ ਇਹ ਅਖਾੜਾ ਗੁਰਦੁਆਰਾ ਐਕਟ ਅਧੀਨ ਨਾ ਆ ਜਾਣ, ਬਹੁਤ ਸਾਰੇ ਅਖਾੜਿਆਂ ਵਿੱਚ ਬਾਬਾ ਸ੍ਰੀ ਚੰਦ ਦੀ ਮੂਰਤੀ ਸਥਾਪਿਤ ਕਰ ਦਿੱਤੀ ਗਈ ਅਤੇ ਨਾਲ ਹੋਰ ਧਰਮਾਂ ਦੇ ਗ੍ਰੰਥਾਂ ਦਾ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੇ ਗੁਰਬਾਣੀ ਦੇ ਸਿਧਾਂਤ ਨੂੰ ਵੇਦਾਂ, ਸ਼ਾਸਤਰਾਂ, ਸਿਮਰਤੀਆਂ ਅਤੇ ਪੁਰਾਣਾਂ ਦੇ ਹਵਾਲੇ ਨਾਲ ਜੋੜ ਦਿੱਤਾ। ਇਸ ਕਾਰਨ ਕਈ ਅਖਾੜਿਆਂ ਵਿੱਚ ਵੇਦਾਂ ਦੇ ਸ਼ਾਸਤਰਾਂ ਦੇ ਅਧਿਐਨ ਲਈ ਸੁਵਿਧਾ ਵੀ ਮਿਲਦੀ ਰਹੀ। ਉਦਾਸੀ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਸ੍ਰੀ ਚੰਦ ਜੀ ਨੂੰ ਗੁਰੂ ਮੰਨਦੇ ਹਨ। ਉਦਾਸੀ ਸਾਧੂਆਂ ਨੇ ਉਦਾਸੀ ਜੀਵਨ ਨੂੰ ਮੁਕਤੀ ਦਾ ਰਾਹ ਦੱਸਿਆ। ਹਿੰਦੂ ਰਸਮਾਂ, ਤੀਰਥ, ਵਰਤ, ਨੇਮ, ਤਿਆਗ ਅਤੇ ਥਿੱਤਾਂ ਵਾਰੀ ਆਦਿ ਇਹ ਆਪਣੇ ਵਿਚਾਰ ਵਿੱਚ ਲਿਆਉਂਦੇ ਗਏ, ਪਰ ਨਾਮ ਭਗਤੀ ਨੇ ਇਹਨਾਂ ਨੂੰ ਪ੍ਰਮੁਖਤਾ ਦਿੱਤੀ। ਪਰਮਾਤਮਾ, ਜੀਵ ਜਗਤ, ਕਰਮ, ਆਵਾਗਮਨ ਤੇ ਮੁਕਤੀ ਆਦਿ ਸੰਕਲਪਾਂ ਦੇ ਸਿਧਾਂਤਾਂ ਨੂੰ ਉਸੇ ਤਰ੍ਹਾਂ ਹੀ ਦਰਸਾਇਆ ਜਿਵੇਂ ਇਹ ਹਿੰਦੂ ਮਤ ਵਿੱਚ ਮੰਨੇ ਜਾਂਦੇ ਹਨ। ਇਸ ਤਰ੍ਹਾਂ ਸਮਾਂ ਪਾ ਕੇ ਇਹਨਾਂ ਦੇ ਪ੍ਰਚਾਰ ਪਰੰਪਰਾ ਹੀ ਹਿੰਦੂ ਧਰਮ ਦੀ ਮਾਤਰਾ ਵੱਧਦੀ ਗਈ, ਗੁਰਮਤਿ ਦਾ ਪ੍ਰਚਾਰ ਘਟਦਾ ਗਿਆ। ਸਾਧੂ ਆਨੰਦ ਕੰਨ ਅਤੇ ਸਵਾਮੀ ਸਦਾਨੰਦ ਇਸ ਸ਼੍ਰੇਣੀ ਦੇ ਪ੍ਰਸਿੱਧ ਵਿਦਵਾਨ ਹੋਏ। ਆਓ ਹੁਣ ਥੋੜਾ ਜਿਹਾ ਕੁਝ ਨਿਰਮਲਿਆਂ ਦੇ ਅਖਾੜੇ ਬਾਰੇ ਵੀ ਜਾਣ ਲਈਏ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਕਾਸ਼ੀ ਤੇ ਹੋਰ ਹਿੰਦੂ ਵਿਦਿਅਕ ਕੇਂਦਰਾਂ ਵਿੱਚ ਗੈਰ ਬ੍ਰਾਹਮਣ ਲੋਕਾਂ ਨੂੰ ਸੰਸਕ੍ਰਿਤ ਤੇ ਵੇਦਾਂ ਸ਼ਾਸਤਰਾਂ ਦੀ ਵਿਦਿਆ ਨਹੀਂ ਦਿੱਤੀ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਜੀ ਸਿੱਖ ਵਿਦਵਾਨਾਂ ਨੂੰ ਇਸ ਅਧਿਆਤਮਕ ਵਿਰਸੇ ਤੋਂ ਚੰਗੀ ਤਰ੍ਹਾਂ ਜਾਣੂ ਕਰਾਉਣਾ ਚਾਹੁੰਦੇ ਸਨ। ਗੁਰੂ ਗ੍ਰੰਥ ਸਾਹਿਬ ਅਤੇ ਖਾਸ ਤੌਰ ਤੇ ਹੋਰ ਜਿਹੜੇ ਕਈ ਗ੍ਰੰਥ ਹਨ, ਦਸਮ ਗ੍ਰੰਥ, ਬਹੁਤ ਸਾਰੇ ਪ੍ਰਮਾਣ ਤੇ ਹਵਾਲੇ ਵੇਦਾਂ, ਸ਼ਾਸਤਰਾਂ ਅਤੇ ਹੋਰ ਧਾਰਮਿਕ ਗ੍ਰੰਥਾਂ ਵਾਲੇ ਮਿਲਦੇ ਹਨ। ਬਹੁਤ ਸਾਰੀ ਅਧਿਆਤਮਕ ਸ਼ਬਦਾਵਲੀ ਵੀ ਇਹਨਾਂ ਵਾਲੀ ਹੀ ਹੈ। ਗੁਰਬਾਣੀ ਦੀ ਪੂਰਨ ਵਿਆਖਿਆ ਲਈ ਇਹਨਾਂ ਦੀ ਡੂੰਘੀ ਜਾਣਕਾਰੀ ਦੀ ਲੋੜ ਸੀ। ਇਸ ਲਈ ਉਹਨਾਂ ਨੂੰ ਪੰਜ ਸਿੱਖਾਂ ਨੂੰ ਬ੍ਰਹਮਚਾਰੀ ਦੇ ਭੇਸ ਵਿੱਚ ਕਾਸ਼ੀ ਭੇਜਿਆ ਗਿਆ। ਸੰਸਕ੍ਰਿਤ ਭਾਸ਼ਾ ਵਿੱਚ ਨਿਪੁੰਨ ਹੋ ਕੇ ਇਹਨਾਂ ਨੇ ਗੁਰਬਾਣੀ ਵਿੱਚ ਆਏ ਹਿੰਦੂ ਧਰਮ ਦੇ ਗ੍ਰੰਥਾਂ ਦੇ ਹਵਾਲਿਆਂ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ। ਇਸ ਤਰ੍ਹਾਂ ਨਿਰਮਲਾ ਪੰਥ ਸਿੱਖ ਪੰਥ ਦੇ ਅੰਗ ਰੂਪ ਵਿੱਚ ਉਸਰਿਆ। ਨਿਰਮਲੇ ਵਿਦਵਾਨ ਹੁਣ ਤੱਕ ਸਿੱਖੀ ਦਾ ਪ੍ਰਚਾਰ ਦਾ ਕੰਮ ਕਰ ਰਹੇ ਹਨ। ਨਿਰਮਲ ਅਖਾੜੇ ਦਾ ਸਦਰ ਮੁਕਾਮ ਭਾਵੇਂ ਪੰਚਾਇਤੀ ਨਿਰਮਲ ਅਖਾੜਾ ਕੰਕਰ ਹਰਿਦੁਆਰ ਹੈ, ਪਰ ਕਈ ਹੋਰ ਥਾਈਂ ਇਹਨਾਂ ਦੇ ਅਖਾੜੇ ਹਨ। ਖਾਸ ਕਰਕੇ ਮਾਲਵੇ ਵਿੱਚ ਜ਼ਿਆਦਾ ਨਿਰਮਲਾ ਅਖਾੜੇ ਹਨ। ਭਾਈ ਸੰਤੋਖ ਸਿੰਘ, ਪੰਡਤ ਈਸ਼ਰ ਦਾਸ, ਪੰਡਤ ਤਾਰਾ ਸਿੰਘ, ਗਿਆਨੀ ਗਿਆਨ ਸਿੰਘ ਇਸ ਸ਼੍ਰੇਣੀ ਦੇ ਪ੍ਰਸਿੱਧ ਵਿਦਵਾਨ ਹੋਏ ਹਨ। ਉਦਾਸੀਆਂ ਵਾਂਗ ਵੱਖਰੇ ਅਤੇ ਸੁਤੰਤਰ ਅਖਾੜੇ ਸਥਾਪਿਤ ਕਰਨ ਲਈ ਭਾਈ ਤੋਤਾ ਸਿੰਘ, ਰਾਮ ਸਿੰਘ, ਮਹਿਤਾਬ ਸਿੰਘ ਜੈ ਗੁਰਮੁਖ ਸੰਤਾਂ ਨੇ ਪਟਿਆਲਾ, ਨਾਭਾ ਅਤੇ ਜੀਂਦ ਦੇ ਰਾਜਿਆਂ ਕੋਲੋਂ ਨਗਦ ਰਕਮ ਅਤੇ ਸਾਲਾਨਾ ਜਗੀਰ ਪ੍ਰਾਪਤ ਕਰਕੇ ਨਿਰਮਲੇ ਸੰਤਾਂ ਦਾ ਅਖਾੜਾ ਕਾਇਮ ਕੀਤਾ, ਜੋ ਧਰਮ ਤੁਜਾ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਕਿਉਂਕਿ ਹਿੰਦੂ ਧਰਮ ਗ੍ਰੰਥਾਂ ਦੇ ਗਿਆਤਾ ਅਤੇ ਸੰਸਕ੍ਰਿਤ ਦੇ ਵਿਦਵਾਨ ਸਨ, ਇਸ ਲਈ ਇਹਨਾਂ ਦੀ ਵਿਆਖਿਆ ਜਾਂ ਇਹਨਾਂ ਦੇ ਟੀਕੇ ਤੇ ਗ੍ਰੰਥ ਆਦਿ ਸੰਸਕ੍ਰਿਤ ਤੇ ਹਿੰਦੂ ਧਰਮ ਗ੍ਰੰਥਾਂ ਦਾ ਗੂੜੇ ਪ੍ਰਭਾਵ ਵਾਲੇ ਹਨ। ਤੋ ਇਹ ਵਿਚਾਰ ਅੱਜ ਇੱਥੇ ਇਸ ਨੂੰ ਸਮਾਪਤ ਕਰਦੇ ਹਾਂ। ਤੋ ਵਿਚਾਰ ਕਰਦੇ ਹਾਂ ਹੋਈਆਂ ਅਨੇਕਾਂ ਭੁੱਲਾਂ
ਤੇ ਆਪ ਪਾਸੋਂ ਮੈਂ ਖਿਮਾ ਮੰਗਦਾ ਹੋਇਆ ਗੱਜ ਕੇ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।